ਹੈਲੋ एवरीवन ਵੈਲਕਮ ਟੂ ਯਦੂਜ਼ ਐਜੂਕੇਸ਼ਨ। ਤਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਸੈਸ਼ਨ ਦੇ ਵਿੱਚ, ਜਿਸ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ DI ਡਾਟਾ ਇੰਟਰਪ੍ਰੀਟੇਸ਼ਨ, ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਬੇਸਿਕਲੀ ਤੁਹਾਨੂੰ ਜਿਹੜੇ ਕੁਐਸਚਨ ਪੁੱਛੇ ਜਾਂਦੇ ਆ ਤਾਂ DI ਦੇ ਵਿੱਚੋਂ ਇਹ ਲਗਾ ਕੇ ਚੱਲਣਾ ਹੈ। ਤਾਂ 2 ਕੁਐਸਚਨ ਤਾਂ ਮੈਂ ਮਿਨੀਮਮ ਕਹਿ ਰਹੀ ਹਾਂ ਵੀ ਮਿਨੀਮਮ ਅਗਰ DI ਦਾ ਪੇਪਰ ਦੇ ਵਿੱਚ ਕੁਐਸਚਨ ਆ ਰਿਹਾ ਤਾਂ 2 ਤਾਂ ਹੈਗੇ ਆ, 3 ਤੋਂ 4 ਕੁਐਸਚਨ ਵੀ ਇਕੱਲੇ ਹੀ ਟੌਪਿਕ ਦੇ ਵਿੱਚੋਂ ਪੁੱਛੇ ਜਾਂਦੇ ਆ। ਤਾਂ ਤੁਸੀਂ ਵੇਟੇਜ ਦੇਖ ਸਕਦੇ ਹੋ, ਜੇ 30 ਦੇ ਵਿੱਚੋਂ ਇੰਨੇ ਕੁਐਸਚਨ ਇਕੱਲੇ DI ਦੇ ਵਿੱਚੋਂ ਕਵਰ ਹੋ ਰਹੇ ਹੈ ਕਿ ਬਾਕੀ ਜਿੰਨੇ ਵੀ ਤੁਸੀਂ ਚੈਪਟਰਸ ਲੈ ਕੇ ਚੱਲੋਗੇ ਨਾ ਤਾਂ ਉਹਨਾਂ ਦੇ ਵਿੱਚੋਂ ਕੀ ਹੈਗਾ, ਇੱਕ ਚੈਪਟਰ ਇੱਕ ਕੁਐਸਚਨ, ਆਲਮੋਸਟ ਹਰ ਇੱਕ ਦੇ ਵਿੱਚ ਸੇਮ ਹੀ ਪੈਟਰਨ ਹੈਗਾ, ਇੱਕ ਚੈਪਟਰ ਇੱਕ ਕੁਐਸਚਨ। ਇਹਦੇ ਵਿੱਚੋਂ ਮੈਕਸਿਮਮ ਸਭ ਤੋਂ ਜ਼ਿਆਦਾ ਕੁਐਸਚਨ ਇੱਥੋਂ ਜ਼ਿਆਦਾ ਬਣ ਜਾਂਦੇ ਹੁੰਦੇ ਤੁਹਾਡੇ। ਜੇ ਤਾਂ ਦੇਖੋ ਵੱਖਰੀ ਗੱਲ ਹੈ ਵੀ ਕੁਐਸਚਨ ਪਾਉਂਦਾ ਹੀ ਨਹੀਂ ਹੈਗਾ, ਤਾਂ ਮਤਲਬ ਜ਼ਿਆਦਾਤਰ ਐਗਜ਼ਾਮਸ ਦੇ ਵਿੱਚ ਜਿਹੜੇ ਤੁਹਾਡੇ ਹੈਗੇ PS ਟੈਟ ਦੇ ਵਿੱਚ ਇਸ ਦਾ ਕੁਐਸਚਨ ਬਣਦਾ ਹੁੰਦਾ ਹੈਗਾ। ਤਾਂ ਉਹ ਕੁਐਸਚਨ ਬਣਿਆ ਹਾਲੇ ਤੱਕ ਫਿਲਹਾਲ ਪਾਈ ਚਾਰਟ ਐਂਡ ਟੇਬੂਲੇਸ਼ਨ ਦੇ ਵਿੱਚੋਂ ਜ਼ਿਆਦਾ ਬਣੇਗਾ। ਆਪਾਂ ਅੱਜ ਡਿਸਕਸ ਕਰਨ ਜਾ ਰਹੇ ਹਾਂ ਪਾਈ ਚਾਰਟ। ਪਾਈ ਚਾਰਟ ਦੇ ਵਿੱਚ ਬੇਸਿਕਲੀ ਪਹਿਲਾਂ ਆਪਾਂ ਬਿਲਕੁਲ ਬੇਸਿਕ ਸਮਝ ਲਾਂਗੇ, ਉਸ ਤੋਂ ਬਾਅਦ ਆਪਾਂ ਕਰਾਂਗੇ ਇਹਦੇ MCQs, ਕੁਝ ਕੁ ਕੁਐਸਚਨਸ ਦਾ ਆਈਡੀਆ ਲੈ ਲਾਂਗੇ ਉਸ ਤੋਂ ਪਹਿਲਾਂ ਹੀ। ਆਪਾਂ ਹੁਣ ਗੱਲ ਕਰਦੇ ਹਾਂ ਪਾਈ ਚਾਰਟ ਦੇ ਵਿੱਚ। ਪਾਈ ਚਾਰਟ ਹੁੰਦਾ ਕੀ ਹੈ ਤੇ ਉਹਨੂੰ ਕਿਸ ਤਰ੍ਹਾਂ ਆਪਾਂ ਕੁਐਸਚਨਸ ਨੂੰ ਕੀ ਕਰਦੇ ਹਾਂ ਉਸਦੇ ਸੋਲਵ ਕਰਦੇ ਹਾਂ। ਹੁਣ ਪਾਈ ਚਾਰਟ ਤੇ ਚੱਲਦੇ ਹਾਂ ਤਾਂ ਤੁਹਾਨੂੰ ਸਾਰਿਆਂ ਨੂੰ ਇੰਨਾ ਐਟਲੀਸਟ ਪਤਾ ਹੋਣਾ ਚਾਹੀਦਾ ਹੈ, ਜਿਵੇਂ ਇੱਕ ਪੁਆਇੰਟ ਲੈਣੀ ਆ, ਪੁਆਇੰਟ ਦੇ ਆਲੇ ਦੁਆਲੇ ਘੁਮਾ ਦਿਓ ਪੂਰੀ ਦੀ ਪੂਰੀ ਪ੍ਰਕਾਰ। ਹੁਣ ਤੁਹਾਨੂੰ ਪਤਾ ਹੈ ਵੀ ਉੱਪਰ 180 ਡਿਗਰੀ ਬਣਿਆ, 180 ਆ ਬਣਿਆ, ਤਾਂ ਟੋਟਲ ਐਂਗਲ ਰਾਊਂਡ ਮਤਲਬ ਇਦਾਂ ਘੁਮਾ ਰਹੇ ਹੋਗੇ ਤਾਂ ਕਿੰਨਾ ਬਣਦਾ 360 ਡਿਗਰੀ। ਕਿਉਂਕਿ ਜੇ ਮੈਂ ਮੰਨ ਲਓ ਇਹਨੂੰ ਕੇਂਦਰ ਮੰਨਦੀ ਹਾਂ ਚੱਕਰ ਦਾ, ਤਾਂ ਕੇਂਦਰ ਤੋਂ ਅਰਧ ਵਿਆਸ ਬਣ ਜਾਂਦਾ ਹੈ। ਇਹਨੂੰ ਘੁਮਾ ਕੇ ਮੈਂ ਦੁਬਾਰਾ ਫਿਰ ਇਸੇ ਜਗ੍ਹਾ ਤੇ ਲੈ ਆਉਂਗੀ ਤਾਂ ਫਿਰ ਇਹਦਾ ਮਤਲਬ ਕੀ ਹੋਊਗਾ, ਇੱਕ ਰਾਊਂਡ ਕੀ ਹੋ ਜਾਊਗਾ ਪੂਰਾ। ਜਦੋਂ ਹੀ ਇੱਕ ਰਾਊਂਡ ਪੂਰਾ ਹੋ ਜਾਂਦਾ ਤਾਂ ਤੁਹਾਨੂੰ ਪਤਾ ਹੈਗਾ ਵੀ ਕਿੰਨੇ ਡਿਗਰੀ ਦਾ ਕੋਣ ਬਣਦਾ, 360 ਡਿਗਰੀ ਦਾ ਕੀ ਬਣ ਜਾਂਦਾ, ਕੋਣ ਬਣ ਜਾਂਦਾ ਹੈ। ਹੁਣ ਤੁਸੀਂ ਇਸ ਦੇ ਵਿੱਚ ਕਰਨਾ ਕੀ ਹੈ ਫਿਰ, ਤਾਂ ਟੋਟਲ ਐਂਗਲ ਯਾਦ ਰੱਖੋਗੇ ਕਿੰਨੇ ਡਿਗਰੀ ਲਵਾਂਗੇ ਆਪਾਂ, 360 ਡਿਗਰੀ। ਜੇ ਮੈਂ ਪਰਸੈਂਟੇਜ ਦੀ ਗੱਲ ਕਰਿਆ ਕਰੂੰਗੀ ਤਾਂ ਕਿੰਨੇ ਪਰਸੈਂਟ ਦੀ ਗੱਲ ਕਰਿਆ ਕਰਾਂਗੇ ਆਪਾਂ, 100%, 100% ਦੀ ਕੀ ਕਰਿਆ ਕਰਾਂਗੇ ਗੱਲ। ਡਿਗਰੀ ਵਾਈਜ਼ ਤਾਂ ਇਹ ਬਣਿਆ, ਤੁਸੀਂ ਸਾਰਿਆਂ ਨੇ ਦੇਖਿਆ ਕਿੰਨਾ ਬਣਿਆ 360 ਡਿਗਰੀ। ਪਰਸੈਂਟੇਜ ਵਾਈਜ਼ ਮੈਂ ਦੇਖਿਆ ਤਾਂ ਕਿੰਨਾ ਬਣ ਰਿਹਾ, 100 ਬਣ ਰਿਹਾ। ਦੈਟ ਮੀਨਸ ਕੀ ਹੈਗਾ ਵੀ ਉਹੀ ਚੀਜ਼ ਉਹ ਸ਼ੋ ਕਰ ਰਿਹਾ ਤੇ ਉਹੀ ਦੂਸਰਾ ਕਰ ਰਿਹਾ। ਤਾਂ 100% ਜਿਹੜਾ ਹੈਗਾ ਸਿੱਧਾ ਸਿੱਧਾ ਕਹਿੰਦੇ ਹੋ ਗਿਆ 360 ਡਿਗਰੀ ਦੇ ਕੀ ਹੋ ਗਿਆ ਬਰਾਬਰ, ਕਿਉਂਕਿ ਦੋਨੇ ਦੇ ਦੋਨੇ ਇਸ ਚੱਕਰ ਨੂੰ ਹੀ ਕੀ ਕਰਦੇ ਪਏ ਆ, ਸ਼ੋ ਕਰਦੇ ਪਏ ਆ। ਤਾਂ 100% ਦੀ ਵੈਲਿਊ ਕਿੰਨੀ ਆਈ ਤੁਹਾਡੇ ਕੋਲੇ, 360 ਡਿਗਰੀ। ਤੇ 1% ਦੀ ਜੇ ਮੈਂ ਵੈਲਿਊ ਦੀ ਗੱਲ ਕਰਦੀ ਹਾਂ ਤਾਂ ਉਹ ਕਿੰਨੀ ਆ ਰਹੀ, 360/100 ਕੈਂਸਲ ਆਊਟ ਕਰ ਦਿਓ ਤਾਂ ਤੁਹਾਡੇ ਕੋਲੇ ਕੀ ਹੈ, 1% ਦੀ ਵੈਲਿਊ ਆਈ 3.6 ਡਿਗਰੀ। ਤਾਂ 1% ਕਿਹਦੇ ਬਰਾਬਰ ਆ ਰਿਹਾ, 3.6 ਡਿਗਰੀ ਦੇ ਕੀ ਆ ਰਿਹਾ, ਬਰਾਬਰ ਆ ਰਿਹਾ। ਜੇ ਇਹਦੀ ਵੈਲਿਊ 1% ਦੀ 3.6 ਡਿਗਰੀ ਹੈਗੀ, ਤਾਂ ਜੇ ਮੰਨ ਲਓ 40% ਦੀ ਜੇ ਮੈਂ ਵੈਲਿਊ ਲੈਣੀ ਹੈ ਤਾਂ 40 ਨਾਲ ਮਲਟੀਪਲਾਈ ਕਰ ਦਿਓ ਤਾਂ ਕਿੰਨਾ ਆ ਜਾਏਗਾ, 3.6 ਬਟੇ ਕਿੰਨਾ ਹੋ ਜਾਏਗਾ। ਹੁਣ ਇੱਥੇ ਧਿਆਨ ਰੱਖਣਾ ਗੁਣਾ ਕਿੰਨਾ ਕਰ ਰਹੇ ਹਾਂ, ਕਿਉਂਕਿ 1% ਦੀ 3.6 ਸੀਗੀ ਤਾਂ 40 ਦੀ 40 ਨਾਲ ਮਲਟੀਪਲਾਈ ਕਰ ਦਿਓ। ਹੁਣ ਆ ਪੁਆਇੰਟ ਹਟਾਇਆ, ਬਟਾ ਕੀ ਲੱਗ ਗਿਆ 10, 0 ਨਾਲ 0 ਕੀ ਹੋ ਗਈ, ਕੈਂਸਲ। ਤੁਹਾਡੇ ਕੋਲੇ ਆਇਆ 40% ਦੀ ਵੈਲਿਊ ਕਿੰਨੀ ਆ ਗਈ, 100 ਕਿੰਨੀ ਆ ਗਈ, 44 ਆ ਗਈ। ਤਾਂ 40% ਦੀ ਵੈਲਿਊ ਕਿੰਨੀ ਆ ਗਈ, 144 ਡਿਗਰੀ ਆ ਗਈ। ਮਤਲਬ ਜੇ ਆਪਾਂ ਕਹੀਏ ਪਰਸੈਂਟੇਜ ਵਾਈਜ਼ 1% ਤੇ ਡਿਗਰੀ ਵਾਈਜ਼ 1% ਕਿਹਦੇ ਬਰਾਬਰ ਬਣ ਰਿਹਾ ਸੀ, 3.6 ਡਿਗਰੀ ਦੇ। ਤੇ ਜੇ ਮੈਂ ਅੱਗੇ ਕਿਸੇ ਵੀ ਪਰਸੈਂਟ ਦੀ ਗੱਲ ਕਰ ਰਹੀ ਹਾਂ ਤਾਂ ਉਹਨੇ ਨਾਲ ਮਲਟੀਪਲਾਈ ਕਰੋਗੇ ਤਾਂ ਡਾਇਰੈਕਟ ਪਰਸੈਂਟੇਜ ਤੁਹਾਡੇ ਕੋਲੇ ਬਣ ਕੇ ਆ ਜਾਂਦੀ ਹੈ। ਨਹੀਂ ਡਿਪੈਂਡ ਕਰਦਾ ਹੈ ਤੁਹਾਡੇ ਕੁਐਸਚਨ ਦੇ ਵਿੱਚ ਕੀ ਪੁੱਛ ਰਿਹਾ, ਵੀ ਆਪਾਂ ਨੂੰ ਰਿਕੁਆਇਰਮੈਂਟ ਹੈਗੀ ਹੈ ਤਾਂ 1% 3.6 ਡਿਗਰੀ ਯੂਜ਼ ਕਰ ਲਾਂਗੇ। ਨਹੀਂ ਸਿੱਧਾ ਸਿੱਧਾ ਧਿਆਨ ਦੇ ਵਿੱਚ ਰੱਖਣਾ ਵੀ ਟੋਟਲ ਬਾਈ ਕੀ ਕਰ ਰਹੇ ਹੈਗੇ, ਮਤਲਬ ਆਪਾਂ 100 ਕਰ ਰਹੇ ਹੈਗੇ ਤਾਂ ਇਹ ਚੀਜ਼ ਨੂੰ ਆਪਾਂ ਕੁਐਸਚਨ ਲੈਣੇ ਹੈਗੇ, ਉੱਥੇ ਡਿਸਕਸ ਕਰਦੇ ਹਾਂ ਵੀ ਕਿਵੇਂ ਕਿਵੇਂ ਤੁਸੀਂ ਯੂਜ਼ ਕਰ ਸਕਦੇ ਹੋਗੇ। ਹੁਣ ਨੈਕਸਟ ਤੇ ਪਹੁੰਚਦੇ ਹੈਗੇ, ਇੱਕ ਆਪਾਂ ਡਾਇਗਰਾਮ ਬਣਾ ਲੈਣੇ ਹੈਗੇ। ਹੁਣ ਇਸ ਦੇ ਵਿੱਚ ਕੀ ਹੈਗਾ ਦੇਖਿਆ ਜਾਵੇ, ਇਹ ਮੰਨ ਲਓ ਮੈਂ ਖਰਚ ਲਏ, ਇੱਕ ਘਰ ਬਣਾਇਆ, ਆਪਾਂ ਘਰ ਬਣਾਉਣ ਤੇ ਖਰਚ ਲੈ ਰਹੇ ਹਾਂ। ਸਪੋਜ਼ ਕਰੋ ਆ ਤੁਹਾਡਾ ਖਰਚ ਹੋ ਗਿਆ, ਇੱਟਾਂ ਦੇ ਖਰਚ ਹੈਗਾ 90 ਡਿਗਰੀ, 90 ਡਿਗਰੀ ਇਹਦਾ ਖਰਚ ਹੋਇਆ ਇੱਟਾਂ ਦਾ, ਬ੍ਰਿਕਸ ਤੇ ਖਰਚ ਹੋਇਆ ਹੈਗਾ। ਉਸ ਤੋਂ ਬਾਅਦ ਆਪਾਂ ਗੱਲ ਕਰੀ 60 ਡਿਗਰੀ, 60 ਡਿਗਰੀ ਕਿਸੇ ਹੋਰ ਚੀਜ਼ ਤੇ ਲੈ ਲਓ, ਲੇਬਰ ਦਾ ਖਰਚ ਲੈ ਲਓ। ਦੈਨ ਕੀ ਹੈਗਾ ਤੁਹਾਡਾ 60 ਡਿਗਰੀ ਤੋਂ ਬਾਅਦ 80 ਡਿਗਰੀ ਫਿਰ ਲੈ ਲਓ, 80 ਡਿਗਰੀ ਕਿਸ ਤੇ ਲੈ ਲਓ, ਕਿਸੇ ਵੀ ਚੀਜ਼ ਤੇ ਲੈ ਲਓ। ਸਪੋਜ਼ ਕਰੋ ਕਿਤੇ ਲੈ ਰਹੇ ਆਪਾਂ ਅਦਰ ਐਕਸਪੈਂਸਿਸ, ਮਤਲਬ ਜਿਹੜੇ ਛੋਟੇ ਮੋਟੇ ਫੁਟਕਲ ਖਰਚ ਹੋਏ ਹੈਗੇ। ਹੁਣ ਇੱਥੇ ਗੱਲ ਕਰਦੇ ਹਾਂ ਅਦਰ ਲੈ ਲਓ ਜਾਂ ਕੁਛ ਵੀ ਹੋਰ ਲੈਣਾ, ਬਰੇਤੀ ਸਰੀਆ ਜੋ ਵੀ ਖਰਚ ਤੁਸੀਂ ਲੈਣਾ ਚਾਹੋ। ਤਾਂ ਇਹਦੇ ਵਿੱਚ 90 ਡਿਗਰੀ ਇਸ ਤੇ ਖਰਚ ਹੋਇਆ ਇੱਟਾਂ ਤੇ,
60 डिग्री किस ते हो गया लेबर ते मतलब की है दिहाड़ी मजदूरी वगैरह ते हो गया 80 डिग्री किसी होर चीज़ ते जिहड़ी छोटी छोटी चीज़ां आंदियां ते आ जिहड़ा हैगा मेन जिहड़ा होएगा कहंदे बरेती लगा लो सरिया ला लो मतलब उन्हां सारियां चीज़ां नूं मिला के ये छोटे मोटे खर्च सीगे तुहाडे फुटकल खर्च सीगे ते इत्थे लिखी लैंदे आपां बरेती ते किते आ सरिये ते ਤਾਂ ਇਹ ਖਰਚ ਲਿਆ ਮੈਂ ਹੁਣ ਇੱਥੇ ਪਹਿਲਾਂ ਦਾ ਚੈੱਕ ਕਰੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ 360 ਡਿਗਰੀ ਹੁੰਦਾਗਾ 360 ਡਿਗਰੀ ਦੇ ਵਿੱਚੋਂ ਜੇ ਮੈਂ ਗੱਲ ਕਰਦੀ ਆ ਹੁਣ ਕਿੰਨਾ ਹੋ ਚੁੱਕਿਆ ਤਾਂ ਬਾਕੀ ਤਾਂ ਬਰੇਤੀ ਤੇ ਕਿਤੇ ਖਰਚ ਹੈਗਾ ਸਰੀਏ ਤੇ ਖਰਚ ਹੈਗਾ ਹੁਣ ਇੱਥੇ ਲੈ ਲਓ ਤੁਹਾਡੇ ਕੋਲੇ ਕੀ ਆ ਗਿਆ 90 ਤੇ 60 ਕਿੰਨਾ ਹੋ ਗਿਆ 150 ਹੋ ਗਿਆ 150 ਤੇ 80 ਕਿੰਨਾ ਹੋ ਗਿਆ 230 ਹੋ ਗਿਆ ਤਾਂ ਟੋਟਲ ਹੁੰਦਾ ਤੁਹਾਡੇ ਕੋਲੇ 360 ਡਿਗਰੀ ਬਈ ਜੇ ਟੋਟਲ 360 ਹੈ ਤਾਂ ਆਪਾਂ 230 ਪਹਿਲਾਂ ਹੀ ਕੀ ਕਰ ਚੁੱਕੇ ਆ ਇੱਥੇ खर्च कर चुके हैं तो पिछे देख लो कि बचा 230 माइनस कर दो तो पता चलिया भी इत्थे कितना आया 130 डिग्री आया इत्थे कितना आया 130 डिग्री आया तो हुण आपां की करना है हुण आपां गल करते हैं क्वेश्चनस की ये तो गल हुई भी टोटल एंगल किन्ने डिग्री का बनता 360 डिग्री का सपोज करो तुहाडे कोले कहा गया घर बनाने का कुल खर्च कहते 9 लाख किन्ना होया 60,000 होया 9 लाख किन्ने हज़ार हो रहा 60,000 हो रहा घर बनाने का तो कहता इट्टा फस्ट क्वेश्चन की जो मैं गल करनी है तो की कह रहे इट्टा ते खर्च पता करो कितना है इट्टा द एक्सपेंडिचर देखो टोटल एक्सपेंडिचर तो दे रहा है टोटल एक्सपेंडिचर ऑन अ हाउस इज की है 9,60,000 है कहते इट्टा ते खर्च दसो दैन एक्सपेंडिचर ऑन ब्रिक्स दसो तो इट्टा ते खर्च कितना होया इट्टा ते खर्च तुसीं फाइंड कर सकते हो ਹੁਣ ਮੈਂ ਇੱਥੇ ਧਿਆਨ ਦੇ ਵਿੱਚ ਰੱਖਣਾ ਜੇ ਇੱਟਾਂ ਦਾ ਖਰਚ ਪੁੱਛ ਰਿਹਾ ਹੈਗਾ ਇੱਟਾਂ ਦਾ ਖਰਚ ਪੁੱਛ ਰਿਹਾ ਤਾਂ ਆਪਾਂ ਕੀ ਕਰਨਾ ਹੈਗਾ ਤਾਂ ਆਪਣੇ ਕੋਲੇ ਕੀ ਹੈਗਾ ਬਈ 90 ਡਿਗਰੀ ਜਿਹੜੀ ਵੀ ਚੀਜ਼ ਦੀ ਗੱਲ ਹੋ ਰਹੀ ਹੈ ਉਹਨੂੰ ਉੱਪਰ ਲੈ ਲਓ ਨੀਚੇ ਇਸੇ ਦਾ ਕੀ ਲੈ ਲੈਣਾ ਟੋਟਲ ਲੈ ਲੈਣਾ ਕਿੰਨਾ ਹੈਗਾ 360 डिग्री है इंटू की करना है खर्च ਜਿਹੜਾ पता कर रहे होंगे कुल हैगा 9,60,000 है ਇਕੱਲੇ ਇੱਟਾਂ ਦਾ ਕੱਢਣਾ ਤਾਂ 9,60,000 ਨਾਲ ਕੀ ਕਰ ਦੋ ਇਹਨੂੰ ਗੁਣਾ ਕਰ ਦੋ ਤੁਹਾਡੇ ਕੋਲੇ ਕੀ ਆ ਗਿਆ ਆਨਸਰ ਆ ਗਿਆ ਕੈਂਸਲ ਆਊਟ कर लो 9 चौका की हो गया 36 हो गया इधरों कैंसिल कर लो 4 दूनी 8 चौकम चौकी की हो गया 16 24,000 ये बन गया तो मतलब कितना आ गया 2 लाख किन्ने हज़ार हो गया 40,000 ਤੁਹਾਡੇ ਕੋਲੇ ਕੀ ਆ ਰਿਹਾ ਆਨਸਰ ਆ ਰਿਹਾ मतलब ਇੱਟਾਂ ਤੇ ਵੈਸੇ ਵੀ ਤੁਸੀਂ ਸੋਚ ਸਕਦੇ ਸੀ ਕੀ ਸੋਚ ਸਕਦੇ ਸੀਗੇ मतलब सर्कल ਨੂੰ देखिए ਤਾਂ 4 ਹਿੱਸੇ ਬਣਦੇ ਆ 90 90 ਦੇ ਅਕੋਰਡਿੰਗ 90 90 ਦੇ ਅਕੋਰਡਿੰਗ ਕਿੰਨੇ ਹਿੱਸੇ ਬਣੇ 4 ਹਿੱਸੇ ਬਣੇ ਜਿਹਦੇ ਵਿੱਚੋਂ ਚੌਥਾ ਹਿੱਸਾ ਦੇਖ ਲਓ ਬਸ ਸਿੱਧਾ ਹੈ ਕਿੰਨਾ ਬਣਿਆ ਜੇ 9,60,000 सारा खर्च हो रहा है तो वो चौथा हिस्सा तो किस हो रहा है इट्टा ते खर्च हो रहा है तो 9,60,000 का जो सीधा भी चौथा हिस्सा कर दे 4 नाल डिवाइड कर दे तो भी तुहाडे कोल की आ जाना सी आंसर आ जाना सी नैक्सट है तुहाडे कोल सेम ही वे तुसीं जिवें इट्टां दा खर्च कढिया हैगा तो तुसीं मान लो तुहानूं किहा जांदा हुण लेबर ते खर्च दसो तुसीं मैनूं कमेंट दे विच जरूर दसना हैगा तो लेबर का खर्च कितना आ रहेगा तो आराम नाल आंसर करना है तुहाडे कोल टाइम हैगा तो आंसर करूँगी फटाफट आप दसना है लेबर का खर्च कितना होया तो आप की करना है बई उपर करना है 60 डिग्री आंसर जरूर करने की कोशिश करनी है भी 60 डिग्री तो नीचे कितना आ जाएगा 360 डिग्री इंटू की करांगे सेम 9 लाख कितना करांगे 60,000 करांगे तो अपने को लेके आ जाएगा आंसर 0 नाल 0 कैंसिल होगी चिकम चिकी की हो गया 36 हो गया इनू नाल कर लो 6 कम 6 चिकम चिकी 36 तक तुहाडे कोले कितना आया 1,60,000 की बन गया आंसर बन गया किहदा लेबर का नहीं इदा करना तो वैसे भी तुसीं कर सकते सी किवें कर सकते सी तुहानूं पता है भी टोटल खर्च कितना 9,60,000 हैगा ते डिग्री दे विच कितना 360 डिग्री है तो सैकेंड मैथड दस रही है मैं 360 डिग्री खर्च हो रहा है किहदे ते हो रहा 360 डिग्री ते कितना खर्च हो रहा 9,60,000 हो रहा है ਹੁਣ 1 डिग्री ਤੇ ਕਿੰਨਾ ਹੋਊਗਾ ਉਹੀ ਸੇਮ ਹੀ ਚੀਜ਼ ਬਣਦੀ ਹੈ ਵੀ 9,60,000 ਬਟਾ ਕਿੰਨਾ ਲੱਗ ਜੂਗਾ 360 ਤੇ ਗੁਣਾ ਜਿਹਦਾ ਵੀ ਫਾਈਂਡ ਆਊਟ ਕਰਨਾ ਫਿਰ ਉਹੀ ਚੀਜ਼ ਹੈਗੀ ਦੇਖੋ ਲੇਬਰ ਕਿੰਨਾ ਹੈਗਾ 60 डिग्री ਆ ਚੈੱਕ ਕਰੋ ਸੇਮ ਹੀ ਨਹੀਂ ਆ ਰਿਹਾ 60 ਬਟਾ ਕੀ ਸੀਗਾ 360 ਗੁਣਾ ਕੀ ਕੀਤਾ 9 ਲੱਖ ਕਿੰਨਾ ਕੀਤਾ ਆਪਾਂ 60,000 ਸੇਮ ਹੀ ਆਨਸਰ ਬਣਦਾ ਜਿਵੇਂ ਮਰਜ਼ੀ ਤੁਸੀਂ ਸੋਲਵ ਕਰ ਸਕਦੇ ਹੋਗੇ ਹੁਣ ਜੇ ਮੰਨ ਲਓ ਤੁਹਾਡੇ ਤੋਂ ਪੁੱਛਿਆ ਜਾਂਦਾ ਇੱਟਾਂ ਤੇ ਲੇਬਰ ਤੇ ਮਿਲਾ ਕੇ ਕੁੱਲ ਖਰਚ ਦੱਸੋ ਕਿੰਨਾ ਹੈ ਇੱਟਾਂ ਤੇ ਲੇਬਰ ਤੇ ਮਿਲਾ ਕੇ ਕੁੱਲ ਖਰਚ ਕਿੰਨਾ ਹੋਇਆ ਤਾਂ ਦੋਨਾਂ ਦਾ ਮਿਲਾ ਕੇ ਵੀ ਖਰਚ ਦੱਸ ਸਕਦੇ ਆ ਆਪਾਂ ਹੁਣ ਤੁਹਾਨੂੰ ਡਾਇਰੈਕਟ ਜਾਂ ਤਾਂ ਦੇਖੋ ਮੈਥਡ ਹੈਗਾ ਤੁਹਾਡੇ ਕੋਲ ਕਿਉਂਕਿ ਇਹ ਸਾਰਾ ਕੁਝ ਨਹੀਂ ਮੰਨਦਾ ਹੁੰਦਾ ਪੇਪਰ ਦੇ ਵਿੱਚ ਜਾਂ ਤਾਂ ਦੇਖੋ ਦੋਨਾਂ ਦਾ ਮਿਲਾ ਕੇ ਖਰਚ ਪੁੱਛੂਗਾ ਜਾਂ ਇਕੱਲੇ ਇਕੱਲੇ ਦਾ ਹੀ ਪੁੱਛੂਗਾ ਤਾਂ ਚਲੋ ਜੇ ਮਿਲਾ ਕੇ ਪੁੱਛ ਰਿਹਾ ਤਾਂ ਆਪਾਂ ਕੀ ਕਰਨਾ ਹੈਗਾ ਜਾਂ ਤਾਂ ਇੱਥੋਂ ਮਤਲਬ ਇਕੱਲੇ ਇੱਟਾਂ ਦਾ ਖਰਚ ਫਾਈਂਡ ਕਰ ਲਓ ਤੇ ਇਕੱਲੇ ਲੇਬਰ ਦਾ ਖਰਚ ਫਾਈਂਡ ਕਰ ਲਓ ਦੋਨਾਂ ਦਾ ਜਿਹੜਾ ਵੀ ਆਨਸਰ ਆਂਦਾ ਉਹਨਾਂ ਨੂੰ ਕੀ ਕਰ ਦੋ ਪਲੱਸ ਕਰ ਦੋ ਉਹਨਾਂ ਨਾਲ ਕੀ ਕਰਨਾ ਪਲੱਸ ਕਰਨਾ ਹੈਗਾ
ਤਾਂ ਉੱਪਰ ਵਾਲੇ ਦਾ ਤੁਹਾਨੂੰ ਪਤਾ ਕਿੰਨਾ ਆਇਆ ਸੀ 2,40,000 ਤੇ ਇਸ ਦਾ ਕਿੰਨਾ ਆ ਰਿਹਾ 1 ਲੱਖ ਕਿੰਨਾ ਆ ਰਿਹਾ 60,000 ਆ ਰਿਹਾ। ਤਾਂ ਤੁਸੀਂ ਕੀ ਕਰਨਾ ਦੋਨਾਂ ਨੂੰ ਐਡ ਕਰ ਦਿਓ ਕਿੰਨਾ ਆ ਗਿਆ ਦੋਨਾਂ ਦਾ ਐਡ ਕੀਤਾ 2,40,000 ਤੇ 1,60,000 ਦਾ ਕਿੰਨਾ ਬਣ ਗਿਆ ਜੋੜ ਕਰਕੇ 4 ਲੱਖ ਬਣ ਗਿਆ। ਹੁਣ ਜਾਂ ਤਾਂ ਮੈਥਡ ਹੈ ਕਿ ਇਹੀ ਨੈਕਸਟ ਹੈਗਾ ਤੁਹਾਡਾ ਜਿਵੇਂ ਜਾਂ ਤੁਸੀਂ ਕੀ ਕਰ ਸਕਦੇ ਹੋ ਇੱਟਾਂ ਅਤੇ ਕਿਹਦਾ ਖਰਚ ਪੁੱਛਿਆ ਲੇਬਰ ਤੇ ਮਤਲਬ ਮਜ਼ਦੂਰੀ ਦਾ ਕੁੱਲ ਖਰਚ ਤਾਂ ਉੱਥੇ ਕੀ ਕਰਨਾ ਦੋਨਾਂ ਦਾ ਪਲੱਸ ਕਰ ਦਿਓ 90 ਤੇ ਕਿੰਨਾ ਸੀ 60 ਸੀ 150 ਇਹ ਕਹਿੰਦੇ ਦੋਨਾਂ ਨੂੰ ਮਿਲਾ ਕੇ ਬਟਾ ਕਿੰਨਾ ਹੋ ਗਿਆ 360 ਗੁਣਾ ਕਿੰਨਾ ਹੋ ਗਿਆ 9 ਲੱਖ ਕਿੰਨਾ ਹੋ ਗਿਆ 60,000 ਜ਼ੀਰੋ ਨਾਲ ਜ਼ੀਰੋ ਕੈਂਸਲ ਹੋ ਗਈ ਇਹਨੂੰ ਕੈਂਸਲ ਕਰ ਲਓ 12 ਤੀਆ 36 12 8 ਕੀ ਹੋ ਗਿਆ 96 ਹੋ ਗਿਆ 80,000 इधरों कैंसिल कर दो 5 8 5 40 डायरेक्ट भी आंसर आ रहा है कितना आ रहा है भी 4 ਲੱਖ देखो सिंपल जी चीज़ है पता लगनी चाहिए ਸੀਗੀ एंड जे फोर्थ क्वेश्चन ਤੇ ਪਹੁੰਚਦੇ ਆ ਜੇ ਤੁਹਾਨੂੰ ਕਿਹਾ ਜਾਂਦਾ ਸਿੱਧਾ ਸਿੱਧਾ ਇੱਟਾਂ ਅਤੇ ਬਰੇਤੀ ਦੇ ਖਰਚ ਦਾ ਅਨੁਪਾਤ ਦੱਸੋ फिर की करना सीगा ਇੱਟਾਂ ਦੇ ਖਰਚ ਦੇਖ ਲਓ ਕਿੰਨਾ ਹੈਗਾ ਇੱਟਾਂ ਦਾ ਯਾਦ ਹੈ ਤੁਹਾਡੇ ਸਾਰਿਆਂ ਦੇ 90 ਡਿਗਰੀ ਹੈਗਾ ਬਰੇਤੀ ਤੇ ਚੈੱਕ ਕਰ ਲਓ ਕਿੰਨਾ ਖਰਚ ਸੀਗਾ ਬਰੇਤੀ ਤੇ ਹੈਗਾ ਬਰੇਤੀ ਸਰੀਏ ਤੇ ਹੈਗਾ ਸੀ 130 ਡਿਗਰੀ ਤਾਂ ਇੱਥੇ ਕਿੰਨਾ ਲੈ ਲੈਣਾ ਨਾਲ 130 ਡਿਗਰੀ ਕੈਂਸਲ ਆਊਟ ਕਰ ਲਓ ਜਿਹੜਾ ਵੀ ਤੁਹਾਡਾ ਆਨਸਰ ਬਣਦਾ ਲੈ ਲਾਂਗੇ ਤਾਂ ਕਿੰਨਾ ਆਨਸਰ ਬਣ ਗਿਆ 9 ਅਨੁਪਾਤ ਕਿੰਨਾ ਆ ਗਿਆ 13 ਆ ਗਿਆ। ਨੈਕਸਟ ਇਹਦੇ ਵਿੱਚ ਕੀ ਪੁੱਛ ਸਕਦਾ ਉਹਨੂੰ ਅੱਗੇ ਹੋ ਸਕਦਾ ਮੰਨ ਲਓ ਰੇਸ਼ੋ ਆਪਾਂ ਕਰ ਚੁੱਕੇ ਹਾਂਗੇ ਐਵਰੇਜ ਪੁੱਛ ਸਕਦਾ ਹੈਗਾ। फोर्थ क्वेश्चन की गल करते हैं एवरेज कह रहे हैं एवरेज फाइंड आउट करो एवरेज एक्सपेंडिचर ऑन ब्रिक्स लेबर एंड अदर्स इन्हों का मिला के एवरेज आप फाइंड करनी हैगी तो तिना तो देख लो किन्ने किन्ने डिग्री बन रहा तो एवरेज आप करके पिछे किमें करी दी होंगी है तो इन्हों का मिला के एवरेज एक्सपेंडिचर देखना है तो पहला देखो किन्ना गा कि गल हो रही है ब्रिक्स की गल हो रही है इट्टां की गल हो रही है किन्ना 90 हैगा आ किन्ना गा 50 है तो किन्ना गा 80 हैगा तो तिना का मिलाया किन्ना हो गया 200 किन्ना हो गया 30 हो गया तो एवरेज किवें फाइंड करते हैं आप 230 बटा किन्ना लगा देंगे आप 3 ला देंगे तो ये बन गया तुहाडे कोल एवरेज बन गया। जे इन रुपीज़ फाइंड करने जो तो डिग्री दे विच है तो ठीक है जे इन रुपीज़ फाइंड कर रहे हैं तो तुहाडे कोल ये वैसे पूरा कैंसल आउट नहीं हो रहा चलो जे हो जाता तो आप की करना इस तो बाद इन्हों का एवरेज एक्सपेंडिचर अगे भी देखना है तो बटा किन्ना लाना 3 डिग्री है तो नीचे किन्ना ला रहे थे आप 360 डिग्री ला रहे थे डिग्री है तो किन्ना ला रहे हैं आप 360 डिग्री इतने किसी के भी डाउट च नहीं आनी चाहिए भी मैं इस करके नहीं कैंसल किया क्योंकि अगेन फिर पॉइंट हटाऊंगे बटा लगाऊंगे तो पूरा ही कैंसल नहीं हो रहा सीगा हुण तुहाडी इच्छा हैगी क्योंकि पूरा पूरा कैंसल होंदा ही नहीं है तो एज इट इज़ लैके चल पाया करो बटा किन्ना ला दो 360 तो टोटल खर्च किन्ना सी अपना 9 लाख किन्ना सीगा 60,000 सीगा तो कैंसल किया इसनूं जिन्ना भी तुहाडा हो सकता है 12 तीह किन्ना हो गया 36 तो 12 8 किन्ना हो गया 96 8,000 ये बनया। इस तो बाद चैक कर लो जो कुछ कैंसल हो रहा तो ठीक है नहीं तो फिर अपना की कर लाँगे आप मल्टीप्लाई करके 9 नाल की करके डिवाइड करके पॉइंट्स के विच तुहाडा की बन जाएगा आंसर बन जाएगा इन्नी चीज़ हैगी है। 4 तुहाडे कोल बन गए 8 तीह 24 8 दूनी 16 16 ते 2 किन्ना 16 ते 2 किन्ना हो गया 18 बटा किन्ना आ गया तुहाडे कोल 9 पूरा पूरा देखो दिख ही रहेगा भी नहीं कैंसल आउट हो रहा तो पॉइंट्स के विच तुहाडा की बन गया अप्रोक्सीमेटली लगभग आंसर बन जाएगा। इत्थे ये हुई गल एवरेज की जितों भी एवरेज पूछेगा मतलब जिन्ना की एवरेज पूछ रहा जोड़ दो तो डिवाइड कर दो उन्हें नाल जे 2 दी है तो बटा 2 ला दो 3 दी है तो 3 ला दो उस तो बाद देख लो ਉਹਦਾ खर्चा कह रहा तो खर्चा फाइंड आउट करके तुसीं दे दो। नैक्सट है भी चलो MCQs की गल कर देंगे जिथे तुहानूं नाल नाल मैं डिस्कस करवा दूंगी जिहड़ी भी चीज़ तुहाडी एक्सट्रा ऐड हो रही हैगी। दिस इज़ अ पाई चार्ट कहते इत्थे एक पाई चार्ट शो होएगा तुहाडा फॉर द डाटा ऑन AB ब्लड ग्रुप्स ऑफ 150 डोनर्स 150 ਜਿਹੜੇ ਕੀ ਹੈਗੇ ਖੂਨਦਾਨ ਕਰਨ ਵਾਲੇ ਹੈਗੇ ਜਿਨ੍ਹਾਂ ਦਾ ਬਲੱਡ ਗਰੁੱਪ ਕੀ ਹੈਗਾ A ਹੈਗਾ B ਹੈਗਾ O ਹੈ AB ਹੈ ਉਹਨਾਂ ਦੇ ਅੰਕੜਿਆਂ ਨੂੰ ਦਰਸਾ ਰਿਹਾ ਪਾਈ ਚਾਰਟ। पाई चार्ट का ध्यान करो तो प्रश्नों का उत्तर दो मीनस ऑब्जर्व द पाई चार्ट एंड आंसर द फॉलोइंग क्वेश्चंस दैन आंसर भी करो भी की आंसर बन सकते हैं जिवें आपां कीता वो चीज़ों ध्यान दे विच रखना उस तो बाद अपने MCQs के आंसरस करने हैं।
ਤਾਂ MCQs ਦੇ ਆਨਸਰ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨੀ ਹੈ ਵੀ ਜਿੰਨੇ ਵੀ ਤੁਸੀਂ ਕਲਾਸ ਅਟੈਂਡ ਕਰੋਗੇ। ਫਰਸਟ ਕੁਐਸਚਨ ਹੈ ਦ ਨੰਬਰ ਆਫ ਡੋਨਰਸ ਹੈਵਿੰਗ ਗਰੁੱਪ O ਇਜ਼। ਤਾਂ ਇਹ O ਗਰੁੱਪ ਵਾਲੇ ਜਿਹੜੇ ਡੋਨਰਸ ਹੈ ਉਹਨਾਂ ਦੀ ਸੰਖਿਆ ਪਤਾ ਕਰਨੀ ਹੈ, ਉਹਨਾਂ ਦੀ ਗਿਣਤੀ ਪਤਾ ਕਰਨੀ ਹੈ ਕਿੰਨੀ ਹੈਗੀ। ਫਾਈਂਡ ਆਊਟ ਕਰ ਲਓਗੇ। ਪਹਿਲਾਂ ਤਾਂ O ਦੇ ਵਿੱਚ ਚੈੱਕ ਕਰੋ ਡੋਨਰ ਹੈਗੀ ਕਿੰਨੇ ਆ। O ਬਲੱਡ ਗਰੁੱਪ ਦੇ ਵਿੱਚ ਮੈਂ ਦੇਖਿਆ ਤਾਂ ਡਿਗਰੀ ਦੇ ਵਿੱਚ ਚੈੱਕ ਕੀਤਾ ਕਿੰਨਾ 100 ਪੁਆਇੰਟ ਕੀ ਹੈਗਾ 8 ਹੈਗਾ। ਤਾਂ 100.8 100.8 ਬਾਏ ਕੀ ਲਗਾਵਾਂਗੇ ਆਪਾਂ। ਹੁਣ ਡਿਗਰੀ ਦੀ ਗੱਲ ਚੱਲ ਰਹੀ ਹੈ, ਇਹਨਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿੰਨਾ ਲੱਗੂਗਾ 360 ਡਿਗਰੀ ਲੱਗੂਗਾ। ਇਨਟੂ ਕੀ ਕਰ ਰਹੇ ਸੀ ਆਪਾਂ ਹੁਣ ਤੱਕ, ਜਦੋਂ ਇਹਨਾਂ ਦੀ ਗਿਣਤੀ ਪਤਾ ਕਰ ਰਹੇ ਹਾਂ ਤਾਂ ਟੋਟਲ ਗਿਣਤੀ ਦੇਖੋ ਕਿੰਨੀ ਸੀ। ਟੋਟਲ ਗਿਣਤੀ ਹੁਣੇ ਤੁਸੀਂ ਦੇਖ ਕੇ ਆਏ ਹੋ ਕਿੰਨੀ ਸੀ 150 ਸੀਗੀ। ਕਿੰਨੀ ਸੀਗੀ 150। ਤਾਂ ਧਿਆਨ ਦੇ ਵਿੱਚ ਰੱਖਣਾ ਹੈ ਆਪਣੇ ਕੋਲੇ ਗਿਣਤੀ ਕਿੰਨੀ ਹੈ 150। ਮੈਂ ਅਗੇਨ ਇੱਕ ਵਾਰੀ ਇੱਥੇ ਰਿਪੀਟ ਕਰਕੇ ਚੱਲ ਰਹੀ ਹਾਂ। ਤਾਂ ਮੈਂ ਤੁਹਾਨੂੰ ਕੀ ਕਿਹਾ ਉੱਪਰ ਕੀ ਲਏ O ਵਾਲੇ, ਉੱਪਰ ਕੀ ਲਿਆ ਡਿਗਰੀ ਲਿਆ, ਤਾਂ ਨੀਚੇ ਡਿਗਰੀ ਦਾ ਟੋਟਲ 360 ਡਿਗਰੀ ਹੈਗਾ। ਇਨਟੂ ਕੀ ਕੀਤਾ ਮੈਨੇ 150 ਕਿਉਂਕਿ ਇਹਨਾਂ ਦੀ ਕੁੱਲ ਗਿਣਤੀ ਕਿੰਨੀ ਸੀਗੀ 150। ਪੁਆਇੰਟ ਹਟਾ ਦੋ 0 ਲੱਗ ਗਈ, 0 ਨਾਲ 0 ਕੈਂਸਲ ਹੋ ਗਈ। 5 ਤੀਏ ਕੀ ਹੋ ਗਿਆ 15, 12 ਤੀਏ ਕੀ ਹੋ ਗਿਆ 36, 12 ਤੇ ਕੈਂਸਲ ਕਰ ਲਓ ਉਹਨੂੰ, 12 8 ਕੀ ਹੋ ਗਿਆ 96 ਹੋ ਗਿਆ, 4 12 ਚੌਕੇ 48। ਤੁਹਾਡੇ ਕੋਲੇ ਆਂਸਰ ਚੈੱਕ ਕਰ ਲਓ ਕਿੰਨਾ ਬਣ ਰਿਹਾ ਹੈਗਾ। ਆਪਣੇ ਕੋਲੇ ਵੀ ਇੱਕ 0 ਪੈਂਡਿੰਗ ਦੇ ਵਿੱਚ ਸੀਗੀ ਇੱਥੇ, ਤਾਂ ਜੀ ਇੱਥੇ 10 ਹੈਗਾ ਬਈ। 5 ਦੂਣੀ ਕੀ ਹੋ ਗਿਆ 10 ਹੋ ਗਿਆ। ਇਹਨੂੰ ਵੀ ਕੈਂਸਲ ਕਰ ਲਓ, ਤੁਹਾਡੇ ਕੋਲੇ ਕਿੰਨਾ ਆ ਗਿਆ 42। ਮਤਲਬ ਜਿਹੜਾ ਆਂਸਰ ਬਣ ਰਿਹਾ ਤੁਹਾਡੇ ਕੋਲੇ O ਬਲੱਡ ਗਰੁੱਪ ਵਾਲੇ ਕਿੰਨੇ ਵਿਅਕਤੀ ਹੈਗੇ ਜਾਂ O ਖੂਨਦਾਨ ਕਰਨ ਵਾਲੇ ਕਿੰਨੇ ਵਿਅਕਤੀ ਹੈ 42। ਤਾਂ ਸੈਕਿੰਡ ਆਪਸ਼ਨ ਤੁਹਾਡਾ ਕੀ ਬਣਦੀ ਹੈ ਰਾਈਟ ਆਂਸਰ ਬਣਦੀ ਹੈ ਜੀ। ਨੈਕਸਟ ਹੈਗਾ ਨੰਬਰ ਆਫ ਪਰਸਨਸ ਹੈਵਿੰਗ ਈਦਰ ਬਲੱਡ ਗਰੁੱਪ A ਔਰ ਬਲੱਡ ਗਰੁੱਪ B। ਤਾਂ ਕਹਿੰਦੀ ਉਹਨਾਂ ਦੀ ਸੰਖਿਆ ਪਤਾ ਕਰੋ ਜਿਨ੍ਹਾਂ ਦਾ ਬਲੱਡ ਗਰੁੱਪ ਜਾਂ ਤਾਂ A ਹੈ ਜਾਂ ਫਿਰ ਕੀ ਹੈਗਾ B ਹੈਗਾ। ਮਤਲਬ ਕੋਈ ਨਾ ਕੋਈ ਤਾਂ ਹੈਗਾ ਹੀ ਹੈਗਾ। A ਵਾਲੇ ਚੈੱਕ ਕਰੋ ਕਿੰਨੇ ਆ 72 ਡਿਗਰੀ, ਤੇ B ਵਾਲੇ ਚੈੱਕ ਕਰ ਲਓ ਕਿੰਨੇ ਹੈਗੇ। A ਵਾਲੇ ਕਿੰਨੇ ਆ 72 ਤੇ B ਵਾਲੇ ਕਿੰਨੇ ਹੈਗੇ। A ਵਾਲੇ 72 B ਵਾਲੇ ਹੈਗੇ 129 ਪੁਆਇੰਟ ਕਿੰਨੇ ਹੈਗੇ 6 ਹੈਗੇ। ਹੁਣ ਜਦੋਂ ਇਹਨਾਂ ਨੂੰ ਐਡ ਕੀਤਾ ਤਾਂ ਕਿੰਨਾ ਆਇਆ 0.6 9 2 ਕਿੰਨਾ ਹੋ ਗਿਆ 11 7 2 9 10 201 ਪੁਆਇੰਟ ਕੀ ਆ ਗਿਆ 6 ਡਿਗਰੀ। ਹੁਣ ਗਿਣਤੀ ਇਹਨਾਂ ਦੀ ਫਾਈਂਡ ਆਊਟ ਕਰਨੀ ਹੈ ਤਾਂ ਤੁਸੀਂ ਮੈਨੂੰ ਇੱਕ ਗੱਲ ਦਾ ਆਨਸਰ ਕਰੋ ਬਟਾ ਕਿੰਨਾ ਲਾਵਾਂਗੇ। ਫਟਾਫਟ ਆਨਸਰ ਕਰਨਾ ਹੈ ਤੇ ਚੈਟ ਦੇ ਵਿੱਚ ਮੈਨੂੰ ਮੈਸੇਜ ਜ਼ਰੂਰ ਪਾਣਾ ਹੈਗਾ। ਚੈਟ ਦੇ ਵਿੱਚ ਨੀਚੇ ਆਨਸਰ ਪਾਓ ਜਲਦੀ ਤੋਂ ਜਲਦੀ ਵੀ ਇਹਦੇ ਬਟਾ ਆਪਾਂ ਕੀ ਲਗਾਵਾਂਗੇ ਤੇ ਇਨਟੂ ਕੀ ਕਰਾਂਗੇ। ਬਟਾ ਲਗਾਵਾਂਗੇ ਵੀ ਆਪਾਂ ਇੱਥੇ 360 ਡਿਗਰੀ ਐਂਡ ਮਲਟੀਪਲਾਈ ਕਰਾਂਗੇ ਆਪਾਂ 150 ਨਾਲ। ਫਿਰ ਤੁਹਾਡਾ ਸੇਮ ਪੁਆਇੰਟ ਹਟਾਇਆ ਇੱਕ 0 ਹੋ ਰਹੇਗੀ ਨਾਲ ਲਗਾ ਲਓ। 5 ਤੀਏ ਕੀ ਹੋ ਗਿਆ 15 ਤੇ 12 ਤੀਏ ਕੀ ਹੋ ਗਿਆ 36। ਇਹਨੂੰ ਵੀ ਆਪਾਂ ਕੀ ਕਰ ਲਾਂਗੇ ਕੈਂਸਲ ਆਊਟ ਕਰ ਲਾਂਗੇ। ਤੁਹਾਡੇ ਕੋਲੇ ਕੀ ਆਇਆ 12 ਏਕਮ ਕਿੰਨਾ ਆ ਗਿਆ 12, 8 ਤੇ 1 ਫਿਰ 12 ਛਿੱਕੇ ਕੀ ਹੋ ਗਿਆ 72 ਹੋ ਗਿਆ। ਪਿੱਛੇ ਚੈੱਕ ਕਰੋ ਕਿੰਨਾ ਬਚ ਗਿਆ 9 ਤਾਂ 12 8 ਕੀ ਹੋ ਗਿਆ 96। ਹੁਣ ਆਪਣੇ ਕੋਲੇ ਆ 0 ਬਚੀ ਹੋਈ ਹੈਗੀ 5 ਦੂਣੀ ਕੀ ਹੋ ਗਿਆ 10 ਹੋ ਗਿਆ। ਇਹਨੂੰ ਵੀ ਕੈਂਸਲ ਆਊਟ ਕਰ ਦੋ ਤਾਂ ਤੁਹਾਡੇ ਕੋਲੇ ਕਿੰਨਾ ਆ 8 ਦੂਣੀ ਕਿੰਨਾ ਆ ਗਿਆ 16 ਤੇ 4 ਦੂਣੀ ਕਿੰਨਾ ਆ ਗਿਆ 8 ਬਣ ਗਿਆ। ਆਪਣੇ ਕੋਲੇ ਇਸ ਦਾ ਰਾਈਟ ਆਂਸਰ ਚੈੱਕ ਕਰੀਏ ਤਾਂ ਕੀ ਬਣਿਆ ਵੀ ਫਰਸਟ ਆਪਸ਼ਨ ਆਪਣੀ ਕੀ ਬਣ ਰਹੀ ਹੈ ਰਾਈਟ ਆਂਸਰ ਬਣ ਰਹੀ ਹੈ ਜੋ ਕਿ ਆ ਰਿਹਾ ਆਪਣਾ 84 ਜੀ। ਇੱਥੋਂ ਤੱਕ ਕਲੀਅਰ ਹੈ ਤਾਂ ਅੱਗੇ ਵਧਦੇ ਹੈਗੇ। ਦੇਖੋ ਤਾਂ ਨੈਕਸਟ ਹੈਗਾ ਵਟ ਇਜ਼ ਦਾ ਪਰਸੈਂਟੇਜ ਆਫ ਡੋਨਰ ਹੈਵਿੰਗ ਬਲੱਡ ਗਰੁੱਪ AB। ਕਹਿੰਦੇ ਉਹਨਾਂ ਜਿਹੜੇ ਡੋਨਰਸ ਦੀ ਪਰਸੈਂਟੇਜ ਫਾਈਂਡ ਆਊਟ ਕਰਨੀ ਹੈਗੀ ਜਿਨ੍ਹਾਂ ਦਾ ਬਲੱਡ ਗਰੁੱਪ ਕੀ ਹੈ AB। ਜਦੋਂ ਉਹਨੇ ਸਿਰਫ ਤੇ ਸਿਰਫ ਤੁਹਾਨੂੰ ਇੰਨਾ ਕਿਹਾ ਵੀ ਉਹਨਾਂ ਦੀ ਪਰਸੈਂਟੇਜ ਫਾਈਂਡ ਕਰੋ ਜਿਨ੍ਹਾਂ ਦਾ ਬਲੱਡ ਗਰੁੱਪ AB ਹੈ ਤਾਂ ਸਿੰਪਲ ਜੀ ਗੱਲ ਹੈ ਟੋਟਲ ਮਗਰ ਕਹਿ ਰਿਹਾ ਵੀ ਪਰਸੈਂਟੇਜ ਦੱਸੋ ਇਹਨਾਂ ਦੀ ਕਿੰਨੀ ਹੈ। ਤਾਂ AB ਵਾਲੇ ਹੈਗੇ ਆ 57 ਪੁਆਇੰਟ। ਚੈੱਕ ਕਰੋ AB ਵਾਲੇ ਕਿੰਨੇ ਆ 57 ਪੁਆਇੰਟ ਕਿੰਨੇ ਹੈਗੇ 6 ਡਿਗਰੀ ਹੈ। AB ਵਾਲੇ ਹੈਗੇ 57 ਪੁਆਇੰਟ 6 ਡਿਗਰੀ ਹੈ। ਤਾਂ ਬਟਾ ਕਿੰਨਾ ਲਾਣਾ ਹੈ ਸਿੰਪਲ ਜੀ ਗੱਲ ਹੈ 360 ਹੀ ਲਾਣਾ ਆਪਾਂ ਤੇ ਗੁਣਾ ਕਿਹਦੇ ਨਾਲ ਕਰਨਾ ਹੈ ਕਿਉਂਕਿ ਦੇਖੋ ਫਾਈਂਡ ਕਰ ਰਹੇ ਆ ਆਪਾਂ ਪਰਸੈਂਟੇਜ ਪ੍ਰਤੀਸ਼ਤ ਫਾਈਂਡ ਕਰ ਰਹੇ ਆ ਤਾਂ ਗੁਣਾ। ਹੁਣ ਆਪਾਂ ਇੱਥੇ ਡੋਨਰਸ ਨਾਲ ਗਿਣਤੀ ਨਾਲ ਨਹੀਂ ਕਰਨਾ ਪਰਸੈਂਟੇਜ ਪਤਾ ਕਰ ਰਹੇ ਆ ਤਾਂ ਪਰਸੈਂਟੇਜ ਕਿੰਨੇ ਨਾਲ ਕਰ ਦਿੰਦੇ ਆ 100 ਨਾਲ। ਤਾਂ ਪੁਆਇੰਟ ਹਟਾ ਦੋ ਇੱਥੇ ਕੀ ਲੱਗ ਗਿਆ 0 ਦੋਨੋਂ ਜ਼ੀਰੋਜ਼ ਕੀ ਹੋ ਗਿਆ ਡਾਇਰੈਕਟ ਇਹਦੇ ਨਾਲ ਕੀ ਹੋ ਗਿਆ ਕੈਂਸਲ ਆਊਟ ਹੋ ਗਿਆ। ਇਹਨੂੰ 36 ਨਾਲ ਚੈੱਕ ਕਰ ਲਓ ਕੈਂਸਲ ਹੋ ਜਾਏਗਾ। 36 ਏਕਮ ਕੀ ਹੋ ਗਿਆ 36 ਹੋ ਗਿਆ। ਇਹਨੂੰ ਕੈਂਸਲ ਆਊਟ ਕਰ ਦੋ ਵੀ ਕਿੰਨਾ ਬਣ ਗਿਆ ਤੁਹਾਡੇ ਕੋਲੇ 1 6 2 216 ਮੀਨਸ ਕਿੰਨੇ ਤੇ ਗਿਆ 6 ਤੇ ਫਿਰ ਗਿਆ। ਮਤਲਬ ਤੁਹਾਡੇ ਕੋਲੇ ਜਿਹੜਾ ਆਨਸਰ ਆਇਆ ਕਿੰਨੇ ਪਰਸੈਂਟ ਆ ਗਿਆ 16% ਤੁਹਾਡਾ ਕੀ ਬਣ ਰਿਹਾ ਰਾਈਟ ਆਨਸਰ ਬਣ ਰਿਹਾ। ਤਾਂ ਮੈਂ ਕਿਹਾ ਵੀ ਜਿਸ ਦੀ ਪਰਸੈਂਟੇਜ ਫਾਈਂਡ ਕਰਨੀ ਉਹਨੂੰ ਉੱਪਰ ਲਿਖਿਆ ਨੀਚੇ ਕੀ ਲਗਾਇਆ ਆਪਾਂ ਇਹਦਾ ਡਿਗਰੀ ਦਾ ਟੋਟਲ ਇਨਟੂ ਕੀ ਕਰ ਰਹੇ ਹਾਂਗੇ ਕਿਉਂਕਿ ਪਰਸੈਂਟੇਜ ਕੱਢ ਰਹੇ ਹਾਂ। ਪਰਸੈਂਟੇਜ ਕੱਢਣ ਵਾਸਤੇ ਗੁਣਾ ਕੀ ਕਰ ਦਿੰਦੇ ਆਪਾਂ 100 ਕਰ ਦਿੰਦੇ ਹਾਂ।
अपने को आंसर कितना आ गया 16% की बन गया आंसर। मीनस ਜਿਹੜੇ ए बी ब्लड ग्रुप वाले व्यक्ति है ਉਹਨਾਂ ਉਹ ਕੁੱਲ प्रतिशत ਦਾ ਕਿੰਨੇ परसेंट ਹੈਗੇ 16% ਹੈਗੇ। ਨੈਕਸਟ ਹੈਗਾ ਵੀ ਤੁਹਾਡਾ द रेशो ऑफ डोनर्स ब्लड ग्रुप A2। पहली गल तो रेशो की गल हो रही है, कि गल हो रही है रेशो की ए हैगा एक तो कहते 2 का मतलब है इस नाल अते जिन्ना खूनदान करने वाले का ब्लड ग्रुप ए है अते उसका मीनस ये ही कह रहा है उसका अते जिन्ना का खूनदान करने वाले का ब्लड ग्रुप की है ओ है बी है तो ए बी है उन्होंने औसत का अनुपात पता करना है मतलब ओ दा बी दा ते ए बी दा जिहड़ा भी ब्लड ग्रुप है इन्हां दी औसत मीनस जोड़ बटा की लगता है गिनती लगती है। हुण इन्हां दा अनुपात पता करना है ए वाले किन्ने पहले चैक करो ए वाले तो मेरे को है भी 72। जे मैं गल की ओ दी ओ चैक करो किन्ना 100 पॉइंट किन्ना है 8 हैगा। बी चैक कर लो किन्ना है बी है 129 पॉइंट किन्ना है 6 हैगा। ए बी की गल की 57 पॉइंट की है 6 है तो बटा किन्ना लग्या तुहाडे कोल 3 72 अनुपात किन्ना आ गया प्लस कितना किन्ना आ गया 6 6 12 ते 8 किन्ना हो गया 20 7 9 9 18 8 तुहाडे कोल आया 8 288 आ गया 288 बटा की लाया 3 9 तीया 27 6 तीए की हो गया 18 72 अनुपात किन्ना आ गया तुहाडे कोल 96। इनू कैंसल कर दो किन्ने ते 24 ते 24 तीया 72 ते 24 चौका किन्ना हो गया तुहाडे कोल 96। ਹੁਣ ਇਹਨੂੰ ਜਿਹਨੂੰ ਨਾ ਪਤਾ ਲੱਗੇ ਕੋਈ ਗੱਲ ਨਹੀਂ ਵੀ ਮਲਟੀਪਲਾਈ ਕਰਕੇ ਦੇਖ ਲੈਣੀ ਹੈ 4 तीए 12 3 दूनी 6 ਤੇ 1 7 72 3 ਵੀ 24 ਚੌਕਾ ਕੀ ਹੁੰਦੇ 96 ਤਾਂ ਤੁਹਾਡੇ ਕੋਲ ਇਸ ਦਾ ਆਨਸਰ ਆਇਆ ਜੀ 3:4। ਮੈਂ ਇਹਨੂੰ ਫੇਰ ਰਿਪੀਟ ਕਰ ਰਹੀ ਹਾਂ। ਉਹਨੇ ਕਿਹਾ ਸੀ A ਅਤੇ OBAB ਦਾ ਜਿਹੜੀ ਕੀ ਬਣਦੀ ਹੈ ਔਸਤ ਬਣਦੀ ਹੈ ਇਹਨਾਂ ਦਾ ਆਪਸ ਚ ਕੀ ਪਤਾ ਕਰੋ ਕਹਿੰਦਾ ਅਨੁਪਾਤ ਪਤਾ ਕਰੋ ਤਾਂ ਕਿੰਨੀ ਬਣੀ 72 अनुपात किन्नी बनी है 96 बनी है। मीनस कैंसल किया तो 3 अनुपात की बन गई 4 बन गई वो की है अपना राइट आंसर है जी। तो हूँ पता चलना चाहिए ਜਾਂ ਉਹ ਤੋਂ ਡੀਚ ਹੈ ਵੀ ਕਈਆਂ ਨੂੰ ਦੇਖੋ ਇਹ ਲੱਗਦਾ ਹੁੰਦਾ ਹੈ ਵੀ ਇੱਥੇ ਐਵਰੇਜ ਫਾਈਂਡ ਕਰਨੀ ਇਕੱਠੀ ਔਖੀ ਹੈ ਤਾਂ ਉਹ ਪਹਿਲਾਂ ਐਵਰੇਜ ਫਾਈਂਡ ਕਰਕੇ ਹੀ ਆਪਣਾ ਕੁਐਸਚਨ ਸਟਾਰਟ ਕਰ ਸਕਦੇ ਆ। O प्लस B प्लस AB बटा 3 लगा के जो भी तुहाडा आंसर बनता है डायरैक्ट मतलब 200 इधर 72 तो इधर 288 तो ही स्टार्ट कर सकते हैं क्वेश्चन। तो जरूरी नहीं है भी तुसीं नाल ही करना सारा कुछ जिन्ना तो नहीं हुंदा तो वो पहला एवरेज फाइंड करके डायरैक्ट की लगाएंगे अपनी रेशो लगाएंगे। तो चलते हैं नैक्सट क्वेश्चन के उपर जे इत्थों तक दा क्लीयर हैगा तो क्वेश्चन नंबर 5 जिस दे विच आपां गल करदे हां द फॉलोइंग पाई चार्ट शोज द मंथली एक्सपेंडिचर ऑफ द फैमिली ऑन वेरीअस आइटम्स। कहते जिहड़ा तुहाडा पाई चार्ट है वो किसी परिवार के ਵੱਖ-ਵੱਖ चीज़ों ते होने वाले खर्च नूं दस रहा हैगा। इफ द फैमिली स्पेंड्स ₹8 to 5 ऑन क्लोथिंग जे कहते एक फैमिली कपड़ियां ते कितना खर्च कर रही है 825 रुपए खर्च कर रही है तो हेठ लिखे प्रश्नों के की दो उत्तर दो आंसर द फॉलोइंग क्वेश्चन। इन्ना याद रखना है क्लोथिंग ते खर्च होया सिर्फ कितना 825 रुपए होर आपां नूं स्टेटमेंट दे विच कुछ भी नहीं गिवन। चलो ये भी सफिशेंट आपां नूं क्यों क्योंकि जे मैं कह रही हाँ क्लोथिंग का जिन्ना भी बन रहा वो तो 825 खर्च हो रहा है तो टोटल का खर्च आप आराम नाल कट सकते हैं या किसी और का भी कट सकते हैं। फॉर एग्जाम्पल जिवें अपना नैक्सट क्वेश्चन है क्वेश्चन नंबर 5 कह रहा है वट इज़ द टोटल मंथली इनकम ऑफ द फैमिली। सीधी जी गल है आपां नूं क्या सी क्लोथिंग ते खर्च होया 825 रुपए मतलब जिते खर्च होया वो खर्च दे रखा हूँ टोटल की कोई गल नहीं हुई पहला टोटल का तुसीं फाइंड करना है मतलब 36 डिग्री तुहानूं डिग्री वाइज खर्च दिता है जबकि रुपीज़ वाइज कितना कह रहा है 800 कितना हो रहा है कहता 25 हो रहा है तो 1 डिग्री की जे गल करिए तो कितना बनता है 825 बटा कितना बन गया 36 बन गया। तुसीं की करना हुण इसनूं क्योंकि उन्हें कहा कि फाइंड करना भी टोटल मंथली इनकम फाइंड आउट करनी है तो 1 डिग्री की वैल्यू तो तुहाडे कोल आ गई तो टोटल डिग्री कितनी है तुहाडे कोल 300 की है 60 डिग्री हुंदा है मल्टीप्लाई करोगे तो टोटल खर्च आ जाऊगा। मल्टीप्लाई किया अपने को आंसर आ गया भी सिंपल जा आंसर की बन गया 8250 की बन गया तुहाडे कोल रुपए की बन गया तुहाडा आंसर बन गया मतलब ऑप्शन नंबर 2 की बनती है तुहाडे राइट आंसर बनती है। तो चलते हैं नैक्सट क्वेश्चन के उपर ये डाउट नहीं होना चाहिए। देखो सिंपल गल की है यदा क्वेश्चन इंपॉर्टेंट है भी पूछता है तुहाडे तो मैं एक बार फिर रिपीट करके चलती हाँ जिवें मैं कहा सीगा
ਜਿਹਦਾ ਵੀ, ਕਿਉਂਕਿ ਹੁਣ ਤੱਕ ਤੁਸੀਂ ਜਿਹੜਾ ਕੁਐਸਚਨ ਕੀਤਾ ਉਹਦੇ 'ਚ ਖਰਚ ਤੁਸੀਂ ਪਤਾ ਕਰ ਰਹੇ ਸੀ, ਜਿਹੜਾ ਦਿੱਤਾ ਹੋਇਆ ਸੀ ਟੋਟਲ ਦਿੱਤਾ ਹੋਇਆ ਸੀ। ਹੁਣ ਆਪਣੇ ਕੋਲ ਟੋਟਲ ਨਹੀਂ ਸੀਗਾ, ਕਿਉਂਕਿ ਟੋਟਲ ਦਾ ਮਤਲਬ ਹੁੰਦਾ ਸੀ 360 ਡਿਗਰੀ, 360 ਡਿਗਰੀ ਨੂੰ ਆਪਾਂ ਬਰਾਬਰ ਲੈਂਦੇ ਸੀ ਟੋਟਲ ਖਰਚ ਦੀ। ਹੁਣ ਕੀ ਹੈਗਾ, ਹੁਣ ਉਲਟਾ ਕੰਮ ਹੈਗਾ, ਹੁਣ ਤੁਹਾਨੂੰ ਇੱਕ ਚੀਜ਼ ਦਾ ਖਰਚ ਦਿੱਤਾ ਹੈਗਾ ਤੇ ਟੋਟਲ ਤੁਹਾਡੇ ਤੋਂ ਪੁੱਛ ਰਿਹਾ, ਤੇ 36 ਡਿਗਰੀ ਤੁਹਾਡੇ ਕੋਲੇ ਕਿੰਨੇ ਦੇ ਬਰਾਬਰ ਆ ਰਿਹਾ, 825 ਦੇ ਬਰਾਬਰ ਹੈ, ਕਿਉਂਕਿ 36 ਡਿਗਰੀ ਦਾ ਖਰਚ ਦੇ ਰੱਖਿਆ ਉਹਨੇ ਕਿੰਨਾ, 825। ਤਾਂ 1 ਡਿਗਰੀ ਦੀ ਵੈਲਿਊ ਮੈਂ ਕੱਢੀ 825 ਬਟਾ ਕਿੰਨਾ ਆਇਆ 36। ਹੁਣ ਆਪਾਂ ਇਹਨੂੰ ਕੀ ਕੀਤਾ, ਕਿਉਂਕਿ ਟੋਟਲ ਪਤਾ ਕਰਨਾ ਤਾਂ ਟੋਟਲ ਨਾਲ ਹੀ ਮਲਟੀਪਲਾਈ ਕਰਨੀ ਪਊਗੀ। ਟੋਟਲ ਕਿੰਨਾ ਡਿਗਰੀ ਹੁੰਦਾ, 360 ਡਿਗਰੀ, ਤਾਂ ਗੁਣਾ ਕੀਤਾ ਆਪਣੇ ਕੋਲੇ ਕਿੰਨਾ ਆ ਗਿਆ, 8200 ਕਿੰਨਾ ਆਇਆ, 50 ਆਇਆ। ਨੈਕਸਟ ਕੁਐਸਚਨ ਹੈਗਾ ਤੁਹਾਡਾ, ਵਟ ਪਰਸੈਂਟ ਆਫ ਟੋਟਲ ਇਨਕਮ ਡਜ਼ ਫੈਮਿਲੀ ਸੇਵ। ਕਹਿੰਦੇ ਇੱਕ ਫੈਮਿਲੀ ਆਪਣੀ ਆਮਦਨ ਦਾ ਕਿੰਨੇ ਪ੍ਰਤੀਸ਼ਤ ਕੀ ਕਰਦੀ ਹੈ, ਬੱਚਤ ਕਰਦੀ ਹੈ। ਇੱਕ ਫੈਮਿਲੀ ਆਪਣੀ ਆਮਦਨ ਦਾ ਕਿੰਨੇ ਪ੍ਰਤੀਸ਼ਤ ਕੀ ਕਰ ਰਹੀ ਹੈ, ਬੱਚਤ। ਹੁਣ ਆਮਦਨ ਦਾ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿੰਨੀ ਹੈ ਹਨਾ, ਜੇ ਪਰਸੈਂਟੇਜ ਵਾਈਜ਼ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ, ਉਹ ਕਹਿੰਦੇ ਆਪਣੀ ਆਮਦਨ ਦਾ ਕਿੰਨੇ ਪਰਸੈਂਟ ਕੀ ਕਰ ਰਹੀ ਹੈ, ਬੱਚਤ ਕਰ ਰਹੀ ਹੈਗੀ। ਪਰਸੈਂਟੇਜ ਵਾਈਜ਼ ਦੱਸਣਾ ਵੀ ਕਿੰਨੀ ਬੱਚਤ ਕਰ ਰਹੀ ਹੈ। ਪਹਿਲਾਂ ਤਾਂ ਸੇਵਿੰਗ ਲੱਭ ਲਓ ਆਪਣੀ ਕਿੰਨੀ ਹੈਗੀ, ਸੇਵਿੰਗ ਕਿੰਨੀ ਹੈ ਤੁਹਾਡੇ ਕੋਲੇ, 54% ਕੀ ਹੈ ਤੁਹਾਡੀ ਸੇਵਿੰਗ ਹੈ। ਉਹਨੇ ਕਿਹਾ ਵੀ ਟੋਟਲ ਦਾ ਕਿੰਨੇ ਪਰਸੈਂਟ ਹੈ, ਸਿੱਧੀ ਜੀ ਗੱਲਬਾਤ ਹੈ। ਤਾਂ ਕਿਵੇਂ ਫਾਈਂਡ ਕਰ ਦਿੰਦੇ ਆ, ਟੋਟਲ ਦਾ ਕਿੰਨੇ ਪਰਸੈਂਟ ਹੈ, 54 ਉੱਪਰ ਲਗਾਵਾਂਗੇ, 54 ਕੀ ਲੱਗ ਜੂਗਾ, ਤੇ ਇੱਥੇ ਤੁਹਾਡੇ ਕੋਲੇ ਕੀ ਬਣ ਗਿਆ, 54 ਬਾਈ ਕੀ ਆ ਗਿਆ ਨੀਚੇ, ਕਿਉਂਕਿ ਡਿਗਰੀ ਹੈਗਾ ਤਾਂ ਨੀਚੇ ਡਿਗਰੀ ਦਾ ਹੀ ਟੋਟਲ ਲਾ ਦਿਓ, ਕਿੰਨਾ ਲੱਗੂਗਾ, 360 ਡਿਗਰੀ। ਤੁਹਾਨੂੰ ਇਹ ਸਾਰਿਆਂ ਨੂੰ ਪਤਾ ਵੀ ਪਰਸੈਂਟੇਜ ਕੱਢ ਰਹੇ ਹੋ ਤਾਂ ਮਲਟੀਪਲਾਈ ਬਾਈ ਕੀ ਕਰਨਾ, 100 ਕਰਨਾ ਹੈ। ਜ਼ੀਰੋ ਨਾਲ ਜ਼ੀਰੋ ਕੀ ਕਰ ਦੋ, ਕੱਟ ਆਊਟ ਕਰ ਦੋ। ਇਹ ਕੀ ਹੈ, 5 ਦੂਣੀ 10, ਇਹ ਕਿੰਨਾ ਹੋ ਗਿਆ, 18 ਦੂਣੀ ਕੀ ਹੋ ਗਿਆ, 36 ਹੋ ਗਿਆ। ਕੈਂਸਲ ਕੀਤਾ, 18 ਤੇ ਕੈਂਸਲ ਕਰ ਲਓ, 18 ਤੇ ਕਿੰਨਾ ਆ ਗਿਆ, 54 ਆ ਗਿਆ। ਤਾਂ ਤੁਹਾਡੇ ਕੋਲੇ ਕੀ ਆਂਸਰ ਆ ਗਿਆ, 3 ਗੁਣਾ 5 15% ਤੁਹਾਡੇ ਕੋਲੇ ਕੀ ਬਣ ਰਿਹਾ, ਰਾਈਟ ਆਂਸਰ। ਪਲੱਸ ਸੇਵਿੰਗ ਨੂੰ ਦੇਖਿਆ ਜਾਵੇ ਤਾਂ ਟੋਟਲ ਦਾ ਕਿੰਨੇ ਪਰਸੈਂਟ ਹੈਗਾ, ਇਹ 15%, 15% ਹੈ ਵੀ ਸੇਵਿੰਗ ਕੱਲੀ। ਨੈਕਸਟ ਹੈਗਾ ਵੀ ਤੁਹਾਡਾ, ਵਟ ਇਜ਼ ਦਾ ਰੇਸ਼ੋ ਆਫ ਐਕਸਪੈਂਸਿਸ ਔਨ ਫੂਡ ਐਂਡ ਮਿਸਲੇਨੀਅਸ। ਇਹਦੇ ਨਾਲ ਦਾ ਆਪਾਂ ਕੁਐਸਚਨ ਦੇਖੋ ਕਰਕੇ ਆਏਗੇ, ਜਿੱਥੇ ਆਪਾਂ ਐਵਰੇਜ ਨਾਲ ਰੇਸ਼ੋ ਕੀਤੀ ਸੀ। ਇਹ ਸਿੰਪਲ ਰੇਸ਼ੋ ਹੈ। ਫੂਡ ਤੇ ਜਿਹੜਾ ਵੀ ਖਰਚ ਹੋਇਆ, ਫੂਡ ਦੇਖ ਲਓ ਕਿੱਥੇ ਹੈਗਾ, ਫੂਡ ਹੈਗਾ ਤੁਹਾਡਾ 108 ਡਿਗਰੀ। ਫੂਡ ਤੇ ਮਿਸਲੇਨੀਅਸ ਦਾ ਰੇਸ਼ੋ ਪੁੱਛ ਰਿਹਾ ਵੀ ਮਿਸਲੇਨੀਅਸ ਦੀ ਰੇਸ਼ੋ ਕੀ ਬਣ ਰਹੀ ਹੈ। ਫੂਡ ਤੇ ਕਿੰਨਾ ਹੈਗਾ, 108 ਡਿਗਰੀ ਹੈਗਾ। ਮਿਸਲੇਨੀਅਸ ਦੇਖ ਲਓ ਤੁਹਾਡਾ ਕਿੰਨਾ ਹੈਗਾ, 72 ਡਿਗਰੀ ਹੈ। ਦੇਖੋ ਇਹ ਤਾਂ ਸਿੰਪਲ ਜਿਹਾ ਕੁਐਸਚਨ ਸੀ, ਇਹ 'ਚ ਕੁਝ ਵੀ ਨਹੀਂ ਕਿਹਾ ਉਹਨੇ, ਸਿੰਪਲ ਜੀ ਗੱਲਬਾਤ ਕੀਤੀ, ਕੈਂਸਲ ਆਊਟ ਕਰ ਦੋ। 12 ਦੇ ਟੇਬਲ 'ਚ ਕੈਂਸਲ ਹੋ ਗਿਆ, ਕਿੰਨਾ ਆ ਗਿਆ, 12 ਨਾ ਆਇਆ, ਕਿੰਨਾ ਹੋ ਗਿਆ, 108 ਤੇ 12 ਚ ਕੀ ਹੋ ਗਿਆ, 72। ਅੱਗੇ ਵੀ ਕੈਂਸਲ ਹੋ ਰਿਹਾ, 24 ਤੇ ਕੈਂਸਲ ਕਰ ਲੈਂਦੇ, 24 ਤੇ ਵੀ ਹੋ ਜਾਂਦਾ। ਤਾਂ ਕੀ ਹੋ ਗਿਆ, 30 9 3 ਦੂਣੀ ਕੀ ਹੋ ਗਿਆ, 6। ਆਪਣੇ ਕੋਲੇ ਆਂਸਰ ਕਿੰਨਾ ਆ ਗਿਆ, 3 ਅਨੁਪਾਤ ਕੀ ਆ ਗਿਆ, 2। ਜਦਕਿ ਇੱਥੇ ਧਿਆਨ ਰੱਖਣਾ 2 ਅਨੁਪਾਤ 3 ਵੀ ਪਿਆ ਹੈਗਾ। ਆਪਾਂ ਨੂੰ ਕਿਹਾ ਸੀ ਫੂਡ ਪਹਿਲਾਂ ਤੇ ਫਿਰ ਕਿਹਦੀ ਗੱਲ ਹੋਈ ਸੀ, ਮਿਸਲੇਨੀਅਸ ਦੀ, ਮਤਲਬ ਪਹਿਲਾਂ ਫੂਡ ਲਿਖਣਾ ਸੀ ਫਿਰ ਮਿਸਲੇਨੀਅਸ। ਤਾਂ ਰਾਈਟ ਆਂਸਰ ਬਣਦਾ ਸੈਕਿੰਡ ਆਪਸ਼ਨ ਆਪਣੀ। ਵਟ ਇਜ਼ ਦ ਐਵਰੇਜ ਐਕਸਪੈਂਸਿਸ ਆਫ ਕਲੋਥਿੰਗ ਐਂਡ ਰੈਂਟ। ਕਲੋਥਿੰਗ ਤੇ ਰੈਂਟ ਦੇ ਉੱਪਰ ਜਿਹੜਾ ਐਵਰੇਜ, ਪਹਿਲੀ ਗੱਲ ਤਾਂ ਹੋਈ ਹੈ ਐਵਰੇਜ ਐਕਸਪੈਂਸਿਸ ਕਿੰਨੇ ਹੈਗੇ ਇਹਦੇ ਤੇ, ਕਹਿੰਦੇ ਕੱਪੜੇ ਤੇ ਕਿਤੇ ਰੈਂਟ ਤੇ, ਕਿਰਾਏ ਤੇ। ਐਵਰੇਜ ਕੱਢੋ ਪਹਿਲਾਂ ਤਾਂ ਕੱਪੜੇ ਤੇ ਰੈਂਟ ਦੀ। ਕੱਪੜੇ ਤੇ ਕਿੰਨਾ ਹੋਇਆ, 36 ਡਿਗਰੀ, ਤੇ ਰੈਂਟ ਤੇ ਕਿੰਨਾ ਹੈਗਾ, 90 ਡਿਗਰੀ। 90 ਪਲੱਸ ਕੀ ਕਰ ਦੋਗੇ, 36 ਡਿਗਰੀ ਕਰ ਦੋਗੇ, ਤੁਹਾਡੇ ਕੋਲੇ ਕਿੰਨਾ ਆ ਜਾਊਗਾ, 126 ਡਿਗਰੀ ਆ ਜਾਊਗਾ। ਡਿਵਾਈਡ ਕਿਹਦੇ ਨਾਲ ਕਰੋਗੇ, ਕਿਉਂਕਿ ਦੋ ਚੀਜ਼ਾਂ ਆਈਆਂ ਸੀ, ਉਸ ਤੋਂ 2 ਦੀ ਕੱਢ ਰਹੇ ਹੋ ਤਾਂ ਬਟਾ 2 ਲਾ ਦਿਓ, ਕਿੰਨਾ ਆ ਗਿਆ, 6 ਤੇ 3 63 ਡਿਗਰੀ ਆ ਗਿਆ ਤੁਹਾਡੇ ਕੋਲੇ। ਹੁਣ ਤੁਸੀਂ ਕੀ ਕੱਢਣਾ ਸੀਗਾ, ਕਹਿੰਦੇ ਰਾਸ਼ੀ ਦੱਸਣੀ ਸੀ ਵੀ ਇਹ ਤਾਂ ਕਿਸ 'ਚ ਆ ਗਿਆ, ਡਿਗਰੀ 'ਚ ਆ ਗਿਆ, ਰਾਸ਼ੀ ਤਾਂ ਨਹੀਂ ਆਈ ਹੈਗੀ। ਇਹ ਤਾਂ ਕਿਹਦੇ ਵਿੱਚ ਆਇਆ, ਡਿਗਰੀ ਦੇ ਵਿੱਚ ਆਇਆ। ਹੁਣ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ, ਆਪਾਂ ਪਿੱਛੇ ਟੋਟਲ ਕੱਢ ਕੇ ਆਏ ਸੀਗੇ, ਟੋਟਲ ਕੱਢਿਆ ਸੀ ਆਪਾਂ, ਦੇਖੋ ਸਟਾਰਟਿੰਗ ਦੇ ਵਿੱਚ ਹੀ ਕਰਵਾਤਾ ਸੀ ਮੈਂ। ਇੱਥੇ ਕਿੰਨਾ ਆਇਆ ਸੀ, 8250। ਇੱਕ ਆਪਸ਼ਨ ਦੇ ਵਿੱਚ ਆਪਾਂ ਕਰਕੇ ਆਏ ਹਾਂ, ਟੋਟਲ ਆ ਰਿਹਾ ਸੀ 8200, ਕਿੰਨਾ ਆ ਰਿਹਾ ਸੀ, 50। ਕਿਉਂ ਲੋੜ ਪਈ, ਕਿਉਂਕਿ 63 ਡਿਗਰੀ ਲਾਉਂਗੇ ਤੇ ਨੀਚੇ ਕਿੰਨੇ ਲਾਉਂਗੇ, ਨੀਚੇ ਲਾਉਂਗੇ ਤੁਸੀਂ ਇਸੇ ਦਾ ਟੋਟਲ ਲਾਵਾਂਗੇ ਕਿੰਨਾ, 360 ਡਿਗਰੀ। ਗੁਣਾ ਕਿਹਦੇ ਨਾਲ ਕਰਾਂਗੇ, 8200 ਕਿਹਦੇ ਨਾਲ ਕਰਾਂਗੇ, 50 ਨਾਲ ਕਰਾਂਗੇ। ਜ਼ੀਰੋ ਨਾਲ ਜ਼ੀਰੋ ਕੈਂਸਲ ਹੋ ਗਈ, ਇਹਨੂੰ ਕਰ ਦੋ, ਕਿੰਨਾ ਆ ਗਿਆ ਤੁਹਾਡੇ ਕੋਲੇ 3 ਦੇ ਟੇਬਲ 'ਚ, 3 ਦੂਣੀ 6, 3 ਏਕਮ ਕਿੰਨਾ ਹੋ ਗਿਆ, 3। ਇੱਥੇ 1 ਤੇ ਕਿੰਨਾ ਆ ਗਿਆ, 2। ਅੱਗੇ ਦੇਖ ਲਓ ਕਿੰਨਾ ਆ ਗਿਆ, 7। 7 ਹੀ ਆ, ਕਿੰਨਾ ਹੋ ਗਿਆ, 21। ਤੇ 4 ਤੀਏ ਕਿੰਨਾ ਹੋ ਗਿਆ, 12। ਹੁਣ ਇਧਰੋਂ ਦੇਖ ਲਓ, ਜੇ ਕੈਂਸਲ ਹੁੰਦਾ ਤਾਂ ਠੀਕ ਹੈ, ਨਹੀਂ ਆਪਾਂ ਪੁਆਇੰਟਸ ਦੇ ਵਿੱਚ ਆਨਸਰ ਕਰ ਦਾਂਗੇ, ਸਿੰਪਲ ਜਿਹਾ ਆਨਸਰ ਆ ਜਾਊਗਾ। ਇਹਨੂੰ ਮਲਟੀਪਲਾਈ ਕਰ ਦਿਓ, 7 5 ਕਿੰਨਾ ਹੋ ਗਿਆ, 35। 3 7 ਦੂਣੀ 14, 14 ਦੇ 3 ਕਿੰਨਾ ਹੋ ਗਿਆ, 17। 1 5775 ਬਟੇ ਕਿੰਨਾ ਆ ਗਿਆ, 4। ਤੁਸੀਂ ਦੇਖ ਲਓ, ਹੁਣ ਦੇਖੋ ਕਿੰਨਾ ਬਣ ਗਿਆ, 4 ਏਕਮ ਕਿੰਨਾ ਹੋ ਗਿਆ, 4 ਚੌਕਮ ਚੌਕੀ 16, ਚੌਕਮ ਚੌਕੀ 16।
4 ਤੀ 12 ਤਾਂ ਸਿੱਧਾ ਸਿੱਧਾ ਪਤਾ ਲੱਗਣਾ ਸ਼ੁਰੂ ਹੋ ਗਿਆ। ਤਾਂ ਫਰਸਟ ਆਪਸ਼ਨ ਕੀ ਬਣਦੀ ਹੈ, ਆਪਣਾ ਆਨਸਰ ਬਣਦੀ ਹੈ ਫਰਸਟ ਆਪਸ਼ਨ। ਜੇ ਕਿਸੇ ਨੂੰ ਇਧਰੋਂ ਨਹੀਂ ਵੀ ਸ਼ੋ ਹੋ ਰਿਹਾ ਤਾਂ ਨੀਚੇ ਦੇਖ ਲੈਣਾ, ਕਿਉਂਕਿ ਇੰਨਾ ਬਣ ਗਿਆ, ਅੱਗੇ ਲੋੜ ਹੀ ਨਹੀਂ ਹੈਗੀ ਕਰਨ ਦੀ, ਕਿਉਂਕਿ ਇੱਕੋ ਹੀ ਆਪਸ਼ਨ ਹੈ ਜਿਹੜੀ ਅੱਗੋਂ ਮੈਚ ਕਰ ਰਹੀ ਹੈਗੀ। ਜਾਂ 1 4 ਵੀ 1 'ਚ ਹੀ ਆ ਰਿਹਾ ਸੀ, ਉਸ ਤੋਂ ਅੱਗੇ ਵੀ ਜਾਣ ਦੀ ਕੀ ਨਹੀਂ ਸੀਗੀ, ਲੋੜ ਨਹੀਂ ਸੀਗੀ। ਤਾਂ ਡਿਵੀਜ਼ਨ ਕਰਕੇ 2 ਅੱਖਰਾਂ ਤੇ ਵੀ ਪਤਾ ਲੱਗ ਰਿਹਾ ਸੀ ਆਪਾਂ ਨੂੰ। ਤਾਂ ਇਹ ਪਤਾ ਲੱਗਣਾ ਚਾਹੀਦਾ। ਪਹਿਲਾਂ ਫਾਈਂਡ ਕੀਤੀ ਆਪਾਂ ਐਵਰੇਜ, ਫਿਰ ਉਸ ਤੋਂ ਬਾਅਦ ਕੀ ਕੀਤਾ ਆਪਾਂ ਉਹਨਾਂ ਨੂੰ ਰਾਸ਼ੀ ਦੇ ਵਿੱਚ ਕਨਵਰਟ ਕੀਤਾ। ਤਾਂ ਜਿੰਨਾ ਆਇਆ ਡਿਗਰੀ ਲਈ ਡਿਗਰੀ ਦਾ ਟੋਟਲ ਇਨਟੂ ਕੀ ਕੀਤਾ, ਕੁੱਲ ਖਰਚ, ਕਿਉਂਕਿ ਰਾਸ਼ੀ ਪਤਾ ਕਰ ਰਹੀ ਸੀ। ਤਾਂ ਨੈਕਸਟ ਹੈਗਾ ਵੀ 9 ਨੰਬਰ ਕੁਐਸਚਨ, ਦ ਰੇਸ਼ੋ ਆਫ ਐਵਰੇਜ ਐਕਸਪੈਂਸਿਸ ਆਫ ਫੂਡ ਕਲੋਥਿੰਗ ਐਂਡ ਮਿਸਲੇਨੀਅਸ। ਪਹਿਲੀ ਗੱਲ ਤਾਂ ਐਵਰੇਜ ਕੱਢੋ, ਕਿਹਦੀ ਕਹਿੰਦਾ, ਫੂਡ ਦੀ, ਕਲੋਥਿੰਗ ਦੀ ਤੇ ਮਿਸਲੇਨੀਅਸ ਦੀ। ਫੂਡ ਲੱਭੋ ਕਿੰਨਾ ਸੀਗਾ, ਫੂਡ ਤੁਸੀਂ ਦੇਖ ਰਹੇ ਹੋ ਤਾਂ ਫੂਡ ਕਿੰਨਾ ਦੇਖਣ ਨੂੰ ਮਿਲਿਆ ਤੁਹਾਡੇ ਕੋਲੇ ਹੈਗਾ 108, ਫੂਡ ਹੈਗਾ 108, ਕਲੋਥ ਦੇ ਵਿੱਚ ਹੈਗਾ 36 ਡਿਗਰੀ, ਤੇ ਜਿਹੜੇ ਗੱਲ ਕਰੀਏ ਮਿਸਲੇਨੀਅਸ ਤਾਂ ਹੈਗਾ 72 ਡਿਗਰੀ। ਹੋ ਗਿਆ। ਐਵਰੇਜ ਫਾਈਂਡ ਕਰ ਰਹੇ ਹੋ ਤਾਂ ਕਿੰਨਾ ਲਾ ਰਹੇ ਹੋ, 3 ਲਾ ਰਹੇ ਹੋ। 2 ਦਾ ਐਵਰੇਜ ਐਕਸਪੈਂਸਿਸ ਆਫ ਸੇਵਿੰਗ ਐਂਡ ਰੈਂਟ। ਸੇਵਿੰਗ ਤੇ ਰੈਂਟ ਤੇ ਦੇਖ ਲਓ, ਸੇਵਿੰਗ ਕਿੰਨਾ ਹੈਗਾ, ਫਿਰ ਇਹਦੀ ਰੇਸ਼ੋ ਫਾਈਂਡ ਕਰਨੀ ਹੈ, ਸੇਵਿੰਗ ਪਲੱਸ ਰੈਂਟ। ਰੈਂਟ ਚੈੱਕ ਕਰ ਲਓ ਕਿੰਨਾ ਹੈਗਾ 90, ਬਟਾ ਕਿੰਨਾ ਲੱਗੂਗਾ 2। ਆ ਚੀਜ਼ ਹੈਗੀ ਵੀ ਤੁਹਾਡੀ। ਹੁਣ ਪਹਿਲਾਂ ਦੇਖ ਲਓ, ਜੇ ਤੁਹਾਡਾ ਕੈਂਸਲ ਆਊਟ ਹੁੰਦਾ ਤਾਂ ਕਰ ਦੋ, ਨਹੀਂ ਕ੍ਰੋਸ ਕਰਕੇ ਆਪਾਂ ਆਨਸਰ ਦੇਖ ਲਾਂਗੇ। ਕਿੰਨਾ ਆ ਗਿਆ 4 9 5 ਕਿੰਨਾ ਹੋ ਗਿਆ 14, ਇਹ ਤਾਂ ਹੋ ਗਿਆ ਦੇਖੋ ਕੈਂਸਲ ਤੁਹਾਡਾ। ਕਿੰਨਾ ਆ ਗਿਆ ਤੁਹਾਡੇ ਕੋਲੇ 72, ਇੱਧਰ ਆਏ ਇੱਧਰ ਕਰੋ ਕਿੰਨਾ ਹੋ ਗਿਆ 8 6 ਕਿੰਨਾ ਹੋ ਗਿਆ 14, ਤੇ 2 ਕਿੰਨਾ ਹੋ ਗਿਆ ਤੁਹਾਡੇ ਕੋਲੇ 16। 8 ਤੇ 6 14, 14 ਤੇ 2 ਕਿੰਨਾ ਹੋ ਗਿਆ 16। ਇੱਥੇ ਆਇਆ 8 8 ਤੇ 3 ਕਿੰਨਾ ਹੋਇਆ, 8 ਤੇ 3 ਹੋਇਆ 11, 216 ਬਟਾ ਕਿੰਨਾ ਆ ਗਿਆ 3, ਇਹਨੂੰ ਵੀ ਕੈਂਸਲ ਕੀਤਾ ਕਿੰਨਾ ਆ ਗਿਆ 7। 7 ਹੀ ਹੈ, ਕਿੰਨਾ ਹੋ ਗਿਆ 21 ਹੋ ਗਿਆ, 3 ਦੂਣੀ ਕਿੰਨਾ ਹੋ ਗਿਆ 6, 72 72 ਦੀ ਮਤਲਬ ਕੀ ਕੈਂਸਲ ਕੀਤਾ ਤਾਂ ਕਿੰਨਾ ਆ ਗਿਆ 1:1 ਬਣ ਰਿਹਾ ਤੁਹਾਡੇ ਕੋਲੇ ਆਨਸਰ। ਤਾਂ ਫਰਸਟ ਆਪਸ਼ਨ ਤੁਹਾਡੇ ਕੋਲ, ਸੌਰੀ ਫੋਰਥ ਆਪਸ਼ਨ ਤੁਹਾਡੇ ਕੋਲੇ ਕੀ ਬਣ ਰਹੀ ਹੈ, ਰਾਈਟ ਆਨਸਰ ਬਣ ਰਹੀ ਹੈ। ਤਾਂ ਸਿੰਪਲ ਸੀਗਾ। ਜਿਹਨੂੰ ਨਾ ਪਤਾ ਲੱਗੇ, ਮੈਂ ਪਹਿਲਾਂ ਵੀ ਜਿਵੇਂ ਕਿਹਾ, ਤੁਸੀਂ ਅਲੱਗ-ਅਲੱਗ ਦੋਨਾਂ ਦੀ ਐਵਰੇਜ ਕੱਢ ਕੇ ਡਾਇਰੈਕਟ ਕਿਤੇ 72 72 ਦੀ ਰੇਸ਼ੋ ਲਓਗੇ ਤਾਂ ਕੈਂਸਲ ਕਰਕੇ 1 1 ਦੀ ਰੇਸ਼ੋ ਤੁਹਾਡੇ ਕੋਲੇ ਬਣ ਜੂਗੀ। ਮਤਲਬ ਪਹਿਲਾਂ ਤੁਸੀਂ ਐਵਰੇਜ ਕੱਢੋ, ਫਿਰ ਉਸ ਤੋਂ ਬਾਅਦ ਤੁਸੀਂ ਰੇਸ਼ੋ ਲੈ ਲਓ, ਜਿਹਨੂੰ ਨਹੀਂ ਪਤਾ ਚੱਲਦਾ ਵੀ। ਨੈਕਸਟ ਹੈਗਾ ਵੀ ਦ ਪਾਈ ਚਾਰਟ ਗਿਵਨ ਹੇਅਰ ਸ਼ੋਜ਼ ਦਾ ਨੰਬਰ ਆਫ ਸਟੂਡੈਂਟਸ ਆਪਟਿੰਗ ਡਿਫਰੈਂਟ ਸਬਜੈਕਟਸ ਇਨ ਅ ਸਕੂਲ। ਕਹਿੰਦੇ ਜਿਹੜਾ ਪਾਈ ਚਾਰਟ ਹੈ ਉਹ ਕਿਹਨੂੰ ਸ਼ੋ ਕਰ ਰਿਹਾ ਹੈਗਾ, ਵੱਖ-ਵੱਖ ਵਿਸ਼ਿਆਂ ਨੂੰ ਚੁਣਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਦਰਸਾਉਂਦਾ ਹੈ, ਗਿਣਤੀ ਨੂੰ ਦਰਸਾ ਰਿਹਾ ਹੈ। ਇਫ देयर आर टोटल 720 स्टूडेंट्स, ਜੇ ਕਹਿੰਦੇ ਟੋਟਲ ਸਟੂਡੈਂਟ ਕਿੰਨੇ ਹੈਗੇ 720 ਹੈ, ਤਾਂ ਕੁਐਸਚਨ ਨੰਬਰ 1 ਤੇ 2 ਦਾ ਕੀ ਕਰਨਾ, ਤੁਸੀਂ ਆਨਸਰ ਕਰਨਾ। 1 2 ਦੀ ਜਗ੍ਹਾ ਤੇ ਤੁਹਾਡਾ ਨੈਕਸਟ ਬਣਿਆ ਹੋਇਆ 10 ਤੇ 11। ਤਾਂ ਟੋਟਲ ਦਾ ਤੁਹਾਨੂੰ ਪਤਾ ਹੈਗਾ, ਹੁਣ ਫਿਰ ਅਗੇਨ ਚੈੱਕ ਵੀ ਕਰ ਸਕਦੇ ਹੋ, ਟੋਟਲ ਯਾਦ ਰੱਖਣੇ ਆ, ਟੋਟਲ ਕਿੰਨੇ ਆ 700 ਕਿੰਨੇ ਹੈਗੇ 20 ਹੈਗੇ, ਤੁਹਾਨੂੰ ਡਾਇਰੈਕਟ ਸਕਰੀਨ ਦੇ ਉੱਪਰ ਦਿੱਤੇ ਹੋਏ ਆ ਵੀ। ਇਫ ਦ ਟੋਟਲ ਨੰਬਰ ਆਫ ਸਟੂਡੈਂਟਸ ਸਟੱਡਿੰਗ ਇੰਗਲਿਸ਼ ਐਂਡ ਪੰਜਾਬੀ ਆਰ, ਸੌਰੀ ਦਾ ਟੋਟਲ ਨੰਬਰ ਆਫ ਸਟੂਡੈਂਟ ਕਹਿ ਰਹੇ ਹੈਗਾ, ਕਹਿੰਦੇ ਅੰਗਰੇਜ਼ੀ ਤੇ ਪੰਜਾਬੀ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਕੁੱਲ ਗਿਣਤੀ ਹੈ, ਮਤਲਬ ਦੱਸੋ ਤੁਸੀਂ। ਪਹਿਲਾਂ ਦੇਖੋ ਅੰਗਰੇਜ਼ੀ ਦੇ ਵਿੱਚ ਕਿੰਨੇ 120 ਹੈ, ਪੰਜਾਬੀ ਤੇ ਗਏ ਤਾਂ ਕਿੰਨੇ ਹੈਗੇ 100 ਹੈ। ਆਪਾਂ ਕਿਹਾ ਟੋਟਲ ਦੱਸਣੇ ਆ ਤਾਂ ਕਿੰਨੇ ਹੋ ਗਏ 220 ਡਿਗਰੀ ਹੋ ਗਏ, 200 ਕੀ ਹੋ ਗਏ 20 ਡਿਗਰੀ ਹੋ ਗਏ। ਹੁਣ ਗੱਲ ਕਰੀਏ ਆਪਾਂ, ਇਹ ਕਹਿੰਦਾ ਕੁੱਲ ਗਿਣਤੀ ਦੱਸੋ, ਕਿਤੇ 220 ਦੇਖ ਕੇ 220 ਤੇ ਨਹੀਂ ਪਹੁੰਚ ਜਾਣਾ, ਕਿਉਂਕਿ ਇਹ ਗਿਣਤੀ ਨਹੀਂ ਆਈ, ਇਹ ਤਾਂ ਡਿਗਰੀ ਦੇ ਵਿੱਚ ਆ ਗਿਆ ਤੁਹਾਡਾ। ਬਟਾ ਕਿੰਨਾ ਲੱਗੂਗਾ 360, ਗੁਣਾ ਕਿਹਦੇ ਨਾਲ ਕਰਨਾ ਸੀ, ਟੋਟਲ ਕਿੰਨੇ ਸੀ ਸਟੂਡੈਂਟ ਕਿੰਨੇ ਸੀਗੇ, ਕਿਉਂਕਿ ਆਪਾਂ ਟੋਟਲ ਜੇ ਗਿਣਤੀ ਪਤਾ ਕਰਨੀ ਆ ਤਾਂ ਗਿਣਤੀ ਨਾਲ ਗੁਣਾ ਕਰਦੇ ਆ, ਟੋਟਲ ਜਿਹੜੀ ਵੀ ਚੀਜ਼ ਖਰਚ ਪਤਾ ਕਰ ਰਹੇ ਆ ਤਾਂ ਟੋਟਲ ਖਰਚ ਨਾਲ ਕਰਦੇ ਆ। 0 ਨਾਲ 0 ਕੀ ਹੋ ਗਈ ਕੈਂਸਲ, 36 ਦੂਣੀ ਕੀ ਹੋ ਗਿਆ 72, ਇੱਥੇ ਚੈੱਕ ਕਰ ਲਓ ਤੁਹਾਡੇ ਕੋਲੇ ਆਨਸਰ ਬਣਿਆ 440। ਮਤਲਬ 440 ਕੀ ਹੈਗੇ ਵਿਦਿਆਰਥੀ ਆ ਜਿਹੜੇ ਕੀ ਪੜ੍ਹ ਰਹੇ ਆ, ਅੰਗਰੇਜ਼ੀ ਤੇ ਕੀ ਪੜ੍ਹ ਰਹੇ ਆ, ਪੰਜਾਬੀ ਪੜ੍ਹ ਰਹੇ ਆ। ਤਾਂ 440 ਵਿਦਿਆਰਥੀ ਸੈਕਿੰਡ ਆਪਸ਼ਨ ਤੁਹਾਡਾ ਕੀ ਬਣਦੀ ਹੈ, ਰਾਈਟ ਆਨਸਰ ਬਣਦੀ ਹੈ। ਫਿਰ ਦੱਸ ਰਹੀ ਹਾਂ, ਦੋਨਾਂ ਦਾ ਟੋਟਲ ਕੀਤਾ ਡਿਗਰੀ ਦੇ ਵਿੱਚ ਹੈਗਾ, ਤਾਂ ਬਟਾ ਕਿੰਨਾ ਲੱਗੂਗਾ 360 ਲੱਗੂਗਾ। ਜੇ ਗਿਣਤੀ ਪਤਾ ਕਰ ਰਹੇ ਹੋ ਤਾਂ ਗਿਣਤੀ ਦਾ ਟੋਟਲ ਕਿੰਨਾ ਬਣ ਗਿਆ 720, ਤੇ ਗੁਣਾ ਕੀਤਾ ਤੁਹਾਡੇ ਕੋਲੇ ਕਿੰਨਾ ਆ ਗਿਆ 440। ਤਾਂ ਨੈਕਸਟ ਕੁਐਸਚਨ ਹੈ ਵੀ ਦ ਡਿਫਰੈਂਸ ਇਨ ਦਾ ਨੰਬਰ ਆਫ ਸਟੂਡੈਂਟ ਸਟੱਡਿੰਗ। ਸਿੱਧਾ ਹੀ ਕਿਹਾ ਗਿਆ, ਕਹਿੰਦੇ ਅੰਤਰ ਪਤਾ ਕਰੋ ਜਿਹੜੇ ਹਿੰਦੀ ਪੜ੍ਹ ਰਹੇ ਆ ਤੇ ਕੀ ਪੜ੍ਹ ਰਹੇ ਆ, ਸੰਸਕ੍ਰਿਤ ਪੜ੍ਹ ਰਹੇ ਆ। ਜਿਹੜੇ ਹਿੰਦੀ ਪੜ੍ਹ ਰਹੇ ਆ ਤੇ ਕੀ ਪੜ੍ਹ ਰਹੇ ਆ, ਸੰਸਕ੍ਰਿਤ। ਤਾਂ ਹਿੰਦੀ ਪੜ੍ਹਨ ਵਾਲਿਆਂ ਦੀ ਗਿਣਤੀ ਮੈंने ਦੇਖੀ 90 ਡਿਗਰੀ ਹੈ, ਸੰਸਕ੍ਰਿਤ ਵਾਲਿਆਂ ਦੀ ਕਿੰਨੀ ਹੈਗੀ 50 ਡਿਗਰੀ ਹੈ। ਹਿੰਦੀ ਵਾਲਿਆਂ ਦੀ 90, ਸੰਸਕ੍ਰਿਤ ਵਾਲਿਆਂ ਦੀ ਕਿੰਨੀ ਹੈ 50 ਹੈ। ਅੰਤਰ ਦੇਖਿਆ ਕਿੰਨਾ ਬਣ ਗਿਆ 40, ਅੰਤਰ ਦੇਖਿਆ ਕਿੰਨਾ ਆਇਆ 40 ਆਇਆ। ਤਾਂ 40 ਬਟਾ ਕਿੰਨਾ ਲਾਵਾਂਗੇ, ਡਿਗਰੀ ਹਟਾਵਾਂਗੇ ਕਿੰਨਾ ਲੱਗ ਜੂਗਾ 360,
60 ਲੱਗ ਜੂਗਾ, ਗੁਣਾ ਕਿਹਦੇ ਨਾਲ ਕਰਾਂਗੇ, ਸੇਮ 720 ਨਾਲ, ਕਿਉਂਕਿ ਕਿਹਾ ਹੀ ਹੈ ਵੀ ਕੁੱਲ ਵਿਦਿਆਰਥੀ ਹੈ। ਇਹਦੇ ਨਾਲ ਇਹ ਕੈਂਸਲ ਹੋ ਗਿਆ, 9 ਚੌਕਾ ਕੀ ਹੋ ਗਿਆ 36, 9 ਨੂੰ ਇਹਦੇ ਨਾਲ ਕੈਂਸਲ ਕਰ ਦੋ ਤਾਂ ਤੁਹਾਡੇ ਕੋਲੇ ਵਿਦਿਆਰਥੀਆਂ ਦਾ ਅੰਤਰ ਕਿੰਨਾ ਆਇਆ, 80 ਆਇਆ। ਲਾਈਕ ਹਿੰਦੀ ਤੇ ਸੰਸਕ੍ਰਿਤ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਅੰਤਰ ਕਿੰਨੇ ਡਿਗਰੀ ਹੈ, ਸੌਰੀ ਕਿੰਨਾ ਹੈਗਾ, ਗਿਣਤੀ ਵਾਈਜ਼ ਅੰਤਰ ਕਿੰਨਾ, 80 ਵਿਦਿਆਰਥੀਆਂ ਦਾ ਅੰਤਰ ਹੈਗਾ। ਜਿਹੜੇ ਹਿੰਦੀ ਪੜ੍ਹ ਰਹੇ ਤੇ ਜਿਹੜੇ ਕੀ ਪੜ੍ਹ ਰਹੇ ਆ, ਸੰਸਕ੍ਰਿਤ ਪੜ੍ਹ ਰਹੇ ਆ। ਤਾਂ ਮੈਨੂੰ ਅੱਜ ਦੀ ਕਲਾਸ ਜ਼ਰੂਰ ਦੱਸ ਦੋਗੇ ਵੀ ਕਿਵੇਂ ਲੱਗੀ। ਨੈਕਸਟ ਕਲਾਸ ਦੇ ਵਿੱਚ ਮਿਲਦੇ ਆਂਗੇ। ਨੈਕਸਟ ਟੌਪਿਕ ਤਾਂ ਤੁਹਾਡਾ ਸੇਮ ਹੀ ਹੋਏਗਾ, ਮਤਲਬ ਇਹਨੂੰ ਹੀ ਆਪਾਂ ਅੱਗੇ ਕੰਟੀਨਿਊ ਕਰਾਂਗੇ, ਤਾਂ ਇਹਦਾ ਪਾਰਟ 2 ਹੋਏਗਾ। ਤਾਂ ਜਿੰਨੇ ਵੀ ਮੈਂ MCQs ਕਰਵਾਏ ਆਨਸਰ ਜ਼ਰੂਰ, ਜਿਹੜੇ ਰਿਕਾਰਡਿੰਗ ਦੇਖਦੇ ਹੋਗੇ ਤਾਂ ਰਿਕਾਰਡਿੰਗ ਦੇ ਵਿੱਚ ਨਾਲ ਅਟੈਂਡ ਕਰ ਰਹੇ ਹੋ ਤਾਂ ਨਾਲ ਆਨਸਰ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਤਾਂ ਮੈਂ ਉਮੀਦ ਕਰਦੀ ਹਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਵੀ ਜਿਹੜਾ ਵੀ ਚੈਨਲ ਦੇ ਉੱਪਰ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਤੇ ਇੱਕ ਤੁਹਾਡੇ ਕੋਲੇ ਬੈਲ ਆਈਕਨ ਦਾ ਸਬਸਕ੍ਰਾਈਬ ਕਰ ਦਿਓ, ਕਈ ਬੈਲ ਆਈਕਨ ਨੂੰ ਕਲਿੱਕ ਨਹੀਂ ਕਰਦੇ ਹੈਗੇ, ਤਾਂ ਬੈਲ ਆਈਕਨ ਕਲਿੱਕ ਕਰ ਦਿਆ ਕਰੋ ਤਾਂ ਕਿ ਜਿੰਨੇ ਵੀ ਨੋਟੀਫਿਕੇਸ਼ਨ ਹੈ ਤੁਹਾਨੂੰ ਮਿਲ ਜਾਇਆ ਕਰਨ, ਵੀ ਵੀਡੀਓ ਆ ਰਹੀ ਹੈ ਜਾਂ ਟਾਈਮਿੰਗ ਵਗੈਰਾ ਦੀ ਜਿਹੜੀ ਵੀ ਨੋਟੀਫਿਕੇਸ਼ਨ ਆਉਂਦੇ ਆ ਉਹ ਤੁਹਾਡੇ ਤੱਕ ਪਹੁੰਚ ਜਾਣ। ਸਿਰਫ ਸਬਸਕ੍ਰਾਈਬ ਨਹੀਂ ਕਰਨਾ, ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦੋਗੇ। ਥੈਂਕਸ ਫॉर ਵਾਚਿੰਗ, ਥੈਂਕਸ ਅਗੇਨ, ਐਂਡ ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ ਪਾਰਟ 2 ਦੇ ਨਾਲ। ਦੈਨ ਨੈਕਸਟ ਹੈਗੀ ਆਪਣੀ CDP ਦੀ ਕਲਾਸ। ਉਸ ਤੋਂ ਪਹਿਲਾਂ ਤੁਹਾਡੀ ਹੁੰਦੀ ਹੈ ਜਿਵੇਂ ਸੇਮ ਟਾਈਮ 7:15 ਵਜੇ ਤੁਹਾਡੀ ਹੋਏਗੀ EVS ਪਲੱਸ ਜਿਹੜੀ ਤੁਹਾਡੀ ਚੱਲ ਰਹੀ ਹੈਗੀ ਮਾਸਟਰ ਕੇਡਰ ਦੇ ਲਈ, 7:15 ਦੀ ਟਾਈਮਿੰਗ ਹੈ। ਉਸ ਤੋਂ ਪਹਿਲਾਂ ਤੁਹਾਡੀ ਉਹ ਕਲਾਸ ਹੋਏਗੀ। ਤਾਂ ਨੈਕਸਟ ਕਲਾਸ ਆਪਣੀ ਅੱਜ ਦੀ ਕਲਾਸ CDP ਦੇ ਵਿੱਚ ਮਿਲਾਂਗੇ। ਤਦ ਤੱਕ ਲਈ ਥੈਂਕਸ, ਬਾਏ।